ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਣ ਸੋਹੇਲੇ। ਰਾਖੋ ਰਾਖਨ ਹਾਰ ਦਿਆਲਾ, ਨਾਨਕ ਕਰਕੇ ਗੋਲੇ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸ਼ੋਭਾ। ਚਿੰਤਾ ਲਾਹੈ ਹਮਾਰੀ। ਵਾਹਿਗੁਰੂ ਸਾਹਿਬ ਜੀ। ਬਾਬਾ ਜਿਸ ਤੂੰ ਦੇ, ਸੋਈ ਜਨ ਪਾਵੈ। ਪਾਵੈ ਤਾਂ ਸੋ ਜਨ ਦੇ ਜਿਸਨੋ, ਹੋਰ ਕਿਆ ਕਰੇ ਵਿਚਾਰਿਆ। ਇਕ ਭਰਮ ਭੂਲੇ, ਫਿਰੈ ਦਹਿ ਦਿਸ। ਇਕ ਨਾਮ ਲਾਗ ਸਵਾਰਿਆ। ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵਏ। ਕਹਿ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵੈ। ਕਹਿ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵੈ। ਪਰਮ ਸਨਮਾਨਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀ ਪਾ ਰਹੇ ਸਤਿਗੁਰੂ ਜੀ ਦੀ ਪਾਵਨ ਬਾਣੀ ਨਾਲ ਜੁੜ ਬੈਠੇ ਸਤਿਕਾਰਯੋਗ ਵਡਭਾਗੀ ਸਤ ਸੰਗੀ ਜਨੋ, ਆਓ ਕੁਝ ਸਮਾਂ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਵਿਚਾਰ ਦੇ ਨਾਲ ਸਾਂਝ ਪਾਈਏ। ਪਾਵਨ ਵਿਚਾਰਾਂ ਦੇ ਨਾਲ ਜੁੜਨ ਤੋਂ ਪਹਿਲਾਂ ਆਪਣੀ ਰਸਨਾ ਨੂੰ ਕਰੀਏ ਪਵਿੱਤਰ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਕਲਗੀਧਰ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਈਏ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਪਾਵਨ ਬਾਣੀ ਆਨੰਦ ਸਾਹਿਬ, ਜਿਸ ਦੇ ਵਿੱਚੋਂ ਆਪ ਜੀ ਨੇ ਅੱਜ ਲੜੀਵਾਰ 8 ਨੰਬਰ ਪਾਵਨ ਪੌੜੀ ਦਾ ਪਾਠ ਸਰਵਣ ਕੀਤਾ ਹੈ, ਜਿਸ ਦੀ ਪਾਵਨ ਵਿਚਾਰ ਦੇ ਨਾਲ ਅਸੀਂ ਅੱਜ ਜੁੜਾਂਗੇ। ਇਸ ਤੋਂ ਪਹਿਲਾਂ 7 ਨੰਬਰ ਪਾਵਨ ਪੌੜੀ ਦੀ ਵਿਚਾਰ ਸਾਂਝੇ ਕੀਤੇ ਸਨ, ਜਿਸ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਸੀ ਕਿ ਮਨੁੱਖ ਦੇ ਜੀਵਨ ਦੇ ਵਿੱਚ ਜਿਹੜਾ ਅਸਲੀ ਆਨੰਦ ਹੈ ਉਹ ਗੁਰੂ ਦੇ ਨਾਲ ਜੁੜਨ ਕਰਕੇ, ਗੁਰੂ ਦੀ ਸ਼ਰਨ ਵਿੱਚ ਆਉਣ ਕਰਕੇ, ਗੁਰੂ ਦੀ ਮੱਤ ਪ੍ਰਾਪਤ ਕਰਕੇ ਹੀ ਜੀਵਨ 'ਚ ਪੈਦਾ ਹੋ ਸਕਦਾ ਹੈ। ਜਦੋਂ ਮਨੁੱਖ ਦੇ ਜੀਵਨ ਦੇ ਵਿੱਚ ਆਨੰਦ ਪੈਦਾ ਹੋ ਗਿਆ, ਫਿਰ ਗੁਰੂ ਜਿਹੜਾ ਆਪਣੇ ਗਿਆਨ ਦਾ ਸੁਰਮਾ ਇਹਦੀਆਂ ਵਿਚਾਰ ਦੀਆਂ ਅੱਖਾਂ ਵਿੱਚ ਪਾ ਦਿੰਦਾ ਹੈ, ਇਹਦਾ ਜੀਵਨ ਫਿਰ ਕਿਲਵਿਖ ਪਾਪਾਂ ਤੋਂ ਰਹਿਤ ਹੋ ਜਾਂਦਾ ਹੈ। ਇਹਦਾ ਜਿਹੜਾ ਜੀਵਨ ਆ
ਮਾਇਆ ਮੋਹ ਤੋਂ ਬਚ ਜਾਂਦਾ ਹੈ। ਜਦੋਂ ਇਹ ਆਪਣੀ ਜ਼ੁਬਾਨ ਦੇ ਨਾਲ ਪਹਿਲਾਂ ਮਾੜੇ ਬੋਲ ਬੋਲਦਾ ਸੀ, ਖਰਬੇ ਬੋਲ ਬੋਲਦਾ ਸੀ, ਪਰ ਜਦੋਂ ਦਾ ਗੁਰੂ ਦੇ ਦੁਆਰਾ ਜੀਵਨ ਦੇ ਵਿੱਚ ਆਨੰਦ ਆ ਗਿਆ, ਖੇੜਾ ਆ ਗਿਆ, ਹੁਣ ਉਸੇ ਹੀ ਰਸਨਾ ਦੇ ਨਾਲ ਇਹ ਮਿੱਠੇ ਬੋਲ ਬੋਲਣ ਲੱਗ ਪਿਆ, ਚੰਗੇ ਬੋਲ ਬੋਲਣ ਲੱਗ ਪਿਆ। ਇਹਦੇ ਸੁਭਾਅ ਦੇ ਵਿੱਚ ਫਰਕ ਪੈ ਗਿਆ, ਇਹਦਾ ਸੁਭਾਅ ਬਦਲ ਗਿਆ। ਤੇ ਪਾਤਸ਼ਾਹ ਜੀ ਨੇ ਅੱਜ 8 ਨੰਬਰ ਪਾਵਨ ਪੌੜੀ ਵਿੱਚ ਜੋ ਵਿਚਾਰ ਬਖਸ਼ਿਸ਼ ਕੀਤੇ ਹਨ, ਮਾਲਕ ਜੀ ਬਚਨ ਕਰਦੇ ਨੇ ਕਿ ਅਸਲ ਵਿੱਚ ਆਨੰਦ ਉਸ ਨੂੰ ਹੀ ਪ੍ਰਾਪਤ ਹੁੰਦਾ ਹੈ ਜਿਸ ਨੂੰ ਮਾਲਕ ਦਿੰਦਾ ਹੈ। ਬਾਬਾ ਜਿਸ ਤੋਂ ਦੇ, ਬਾਬਾ ਸ਼ਬਦ ਕਾਦੇ ਵਾਸਤੇ ਵਰਤਿਆ? ਪਰਮਾਤਮਾ ਵਾਸਤੇ, ਹਰੀ ਵਾਸਤੇ, ਵਾਹਿਗੁਰੂ ਵਾਸਤੇ। ਬਾਬਾ ਜਿਸ ਤੋਂ ਦੇ ਸੋਈ ਜਨ ਪਾਵੇ। ਹੇ ਹਰੀ, ਹੇ ਪ੍ਰਭੂ, ਜਿਸ ਨੂੰ ਤੂੰ ਇਹ ਆਨੰਦ ਦੀ ਦਾਤ ਦਿੰਦਾ ਨਾ, ਉਸ ਨੂੰ ਹੀ, ਉਸ ਮਨੁੱਖ ਨੂੰ ਹੀ, ਉਸ ਗੁਰਮੁਖ ਪਿਆਰੇ ਨੂੰ ਹੀ ਇਹ ਆਨੰਦ ਪ੍ਰਾਪਤ ਹੁੰਦਾ ਹੈ। ਹਰੇਕ ਨੂੰ ਪ੍ਰਾਪਤ ਨਹੀਂ ਹੁੰਦਾ, ਜਿਸ ਨੂੰ ਤੂੰ ਦਿੰਦਾ ਆ। ਇੱਥੇ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ ਕਿ ਮੈਂ ਆਪਣੀ ਤਾਕਤ ਦੇ ਨਾਲ, ਆਪਣੇ ਜ਼ੋਰ ਦੇ ਨਾਲ, ਆਪਣੇ ਬਲਬੂਤੇ ਦੇ ਉੱਤੇ ਮੈਂ ਇਹ ਆਨੰਦ ਪ੍ਰਾਪਤ ਕਰ ਲਵਾਂ। ਜੇ ਉਹ ਮਾਲਕ ਚਾਹੇ ਤੈਨੂੰ ਆਨੰਦ ਦੀ ਦਾਤ, ਸੁਖ ਦੀ ਦਾਤ, ਉੱਚੇ ਜੀਵਨ ਦੀ ਦਾਤ ਬਖਸ਼ਿਸ਼ ਕਰਦਾ ਹੈ। ਜੇ ਉਹ ਨਾ ਚਾਹੇ ਤੇ ਤੈਨੂੰ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ। ਪਾਤਸ਼ਾਹ ਜੀ ਬਚਨ ਕਰਦੇ ਨੇ, ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਹੇ ਮਾਲਕ, ਆਪਣੇ ਹੱਥਾਂ ਵਿੱਚ ਉਸਨੇ ਦਾਤਾਂ ਰੱਖੀਆਂ ਨੇ ਵਾਹਿਗੁਰੂ ਨੇ, ਪਰ ਜਿਹੜਾ ਵੀ ਉਹਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ, ਉਹੀ ਗੁਰੂ ਪਿਆਰ ਵਾਲਿਓ ਇਹ ਦਾਤਾਂ ਪ੍ਰਾਪਤ ਕਰਦਾ ਹੈ। ਹੁਣ ਜੇਕਰ ਅਸੀਂ ਮਾਲਕ ਦੇ ਕੋਲੋਂ ਕੁਝ ਪ੍ਰਾਪਤ ਕਰਨਾ ਆ ਤੇ ਸਾਨੂੰ ਕੁਝ ਕਰਕੇ ਵਿਖਾਉਣਾ ਪੈਣਾ ਆ। ਗੁਰੂ ਪਿਆਰ ਵਾਲਿਓ, ਘਰ ਦੇ ਵਿੱਚ ਅਸੀਂ ਮੰਨ ਲਓ ਕੋਈ ਵੀ ਅਸੀਂ ਸੰਸਾਰ ਵਿੱਚ ਕੰਮ ਕਰਦੇ ਹਾਂ, ਉਹਦੇ ਬਦਲੇ ਅਸੀਂ ਕੁਝ ਨਾ ਕੁਝ ਪ੍ਰਾਪਤ ਕਰਨਾ ਚਾਹੁੰਦੇ ਹਾਂ। ਉਹਦੇ ਵਾਸਤੇ, ਕੁਝ ਪ੍ਰਾਪਤ ਕਰਨ ਵਾਸਤੇ ਸਾਨੂੰ ਫਿਰ ਕੁਝ ਕਰਨਾ ਪੈਂਦਾ ਆ, ਕੋਈ ਕੰਮ ਕਰਕੇ ਵਿਖਾਉਣਾ ਪੈਂਦਾ ਆ, ਫੇਰ ਹੀ ਸਾਨੂੰ ਕੋਈ ਨਾ ਕੋਈ ਫਲ ਮਿਲ ਸਕਦਾ ਆ। ਚਾਹੇ ਅਸੀਂ ਆਪਣੇ ਪਰਿਵਾਰ ਵਿੱਚ ਕੰਮ ਕਰਦੇ ਹੋਈਏ, ਚਾਹੇ ਕਿਤੇ ਬਾਹਰ ਵਿਦੇਸ਼ ਵਿੱਚ ਬੈਠੇ ਹੋਈਏ। ਜੇਕਰ ਅਸੀਂ ਵਿਦੇਸ਼ ਵਿੱਚ ਵੀ ਬੈਠੇ ਹਾਂ, ਉੱਥੇ ਵੀ ਜੇਕਰ ਕਹਿੰਦੇ ਕਿ ਸਾਨੂੰ ਪੈਸਾ, ਧਨ ਦੌਲਤ, ਸਾਡੀ ਕਮਾਈ 'ਚ ਬਰਕਤ ਆਵੇ, ਤੇ ਪਰ ਉਹਦੇ ਵਾਸਤੇ ਵੀ ਸਾਨੂੰ ਮਿਹਨਤ ਕਰਨੀ ਪੈਣੀ ਹੈ। ਸਾਨੂੰ ਉੱਥੇ ਕੰਮ ਕਰਕੇ ਵਿਖਾਉਣਾ ਪਵੇਗਾ ਮਾਲਕ ਨੂੰ। ਉਹ ਫਿਰ ਸਾਡੇ ਕੀਤੇ ਹੋਏ ਕੰਮ ਦੇ ਮੁਤਾਬਕ ਸਾਨੂੰ ਜਿਹੜੀ ਸਾਡੀ ਮਿਹਨਤ ਦੇਵੇਗਾ। ਹੁਣ ਕੋਈ ਬੰਦਾ ਇਹ ਆਖੇ ਕਿ ਭਾਈ ਮੈਂ ਕੰਮ ਕੁਝ ਨਾ ਕਰਾਂ, ਹੱਥ ਨਾ ਹਿਲਾਵਾਂ, ਤੇ ਉੱਦੀ ਜਾ ਕੇ ਮੰਗਣ ਲੱਗ ਮਾਵਾਂ, ਮਾਲਕ ਦੇ ਅੱਗੇ ਹੱਥ ਅੱਡ ਦੇਵਾਂ ਕਿ ਭਾਈ ਮੈਨੂੰ ਵੀ ਦੇਵੋ, ਮੈਨੂੰ ਵੀ ਫਲ ਦੇ ਦੇਵੋ। ਤੇ ਗੁਰੂ ਪਿਆਰ ਵਾਲਿਓ, ਮਾਲਕ ਆਖੇਗਾ ਕਿ ਭਾਈ ਤੈਨੂੰ ਫਲ ਉਦੋਂ ਮਿਲਣਾ ਆ ਜਦੋਂ ਤੂੰ ਮਿਹਨਤ ਕਰੇਗਾ, ਜਦੋਂ ਤੂੰ ਉਦਮ ਕਰਕੇ ਕੋਈ ਕੰਮ ਕਰੇਗਾ, ਜਦੋਂ ਕਮਾਈ ਕਰੇਗਾ, ਫੇਰ ਹੀ ਤੈਨੂੰ ਇਹ ਫਲ ਪ੍ਰਾਪਤ ਹੋਣਾ। ਸੰਸਾਰ ਦੇ ਵਿੱਚ ਅਸੀਂ ਕੰਮਕਾਰ ਕਰਦੇ ਹਾਂ, ਫੇਰ ਹੀ ਸਾਡੇ ਹੱਥ ਪੱਲੇ ਕੁਝ ਲੱਗਦਾ ਆ, ਫੇਰ ਹੀ ਅਸੀਂ ਕੁਝ ਪੈਸੇ ਕਮਾਉਂਦੇ ਹਾਂ, ਫੇਰ ਹੀ ਅਸੀਂ ਕੋਈ ਨਾ ਕੋਈ ਚੀਜ਼ ਪ੍ਰਾਪਤ, ਵਸਤੂ ਪ੍ਰਾਪਤ ਕਰਦੇ ਹਾਂ। ਤੇ ਗੁਰੂ ਪਿਆਰ ਵਾਲਿਓ, ਇਸੇ ਤਰ੍ਹਾਂ ਹੀ ਜੇਕਰ ਅਸੀਂ ਗੁਰੂ ਦੇ ਕੋਲੋਂ ਕੁਝ ਪ੍ਰਾਪਤ ਕਰਨਾ ਹੈ ਤੇ ਸਾਨੂੰ ਫਿਰ ਜੀਵਨ ਦੇ ਅੰਦਰ ਕਮਾਈ ਕਰਨੀ ਪੈਣੀ ਆ, ਸਾਨੂੰ ਜੀਵਨ ਦੇ ਵਿੱਚ ਮਿਹਨਤ ਕਰਨੀ ਪੈਣੀ ਆ, ਪ੍ਰਭੂ ਦੇ ਨਾਮ ਦੀ ਕਮਾਈ ਕਰਨੀ ਪੈਣੀ, ਉਹਦੇ ਗੁਣਾਂ ਨੂੰ ਜੀਵਨ 'ਚ ਕਮਾਉਣਾ ਪੈਣਾ। ਫਿਰ ਮਾਲਕ ਸਾਨੂੰ ਇਹ ਦਾਤਾਂ ਬਖਸ਼ਿਸ਼ ਕਰੇਗਾ, ਫਿਰ ਸਾਡੇ ਤੇ ਮਿਹਰ ਕਰੇਗਾ, ਫਿਰ ਸਾਡੇ ਤੇ ਰਹਿਮਤ ਕਰੇਗਾ। ਗੁਰੂ ਪਿਆਰ ਵਾਲਿਓ, ਜਿਹੜਾ ਕਿਸਾਨ ਹੈ, ਜੇ ਕਿਸਾਨ ਚਾਹੁੰਦਾ ਆ ਕਿ ਭਾਈ ਮੈਨੂੰ ਮੇਰੇ ਘਰ ਵਿੱਚ ਫਸਲ ਆ ਜਾਵੇ, ਮੈਂ ਆਪਣੇ ਘਰ ਵਿੱਚ ਰੋਟੀ ਪਾਣੀ ਜੋਗੀ ਫਸਲ ਇਕੱਠੀ ਕਰ ਲਵਾਂ, ਦਾਣੇ ਇਕੱਠੇ ਕਰ ਲਵਾਂ, ਤੇ ਕਿਸਾਨ ਨੂੰ ਫਿਰ ਉਹ ਦਾਣੇ ਇਕੱਠੇ ਕਰਨ ਵਾਸਤੇ ਉਹਨੂੰ ਖੇਤਾਂ ਦੇ ਵਿੱਚ ਜਾਣਾ ਪੈਣਾ, ਉੱਥੇ ਫਸਲ ਬੀਜਣੀ ਪੈਣੀ ਆ, ਮਿਹਨਤ ਕਰਨੀ ਪੈਣੀ ਆ। ਫਿਰ ਇੱਕ ਦਿਨ ਉਹ ਜਿਹੜੀ ਫਸਲ ਆ, ਉਹ ਦਾਣੇ ਉਹਦੇ ਘਰ ਆ ਜਾਣਗੇ। ਮਤਲਬ ਜੀਵਨ ਦੇ ਵਿੱਚ ਕੁਝ ਪ੍ਰਾਪਤ ਕਰਨਾ ਨਾ, ਤੇ ਉਹਦੇ ਬਦਲੇ ਸਾਨੂੰ ਆਪਣੇ ਸਰੀਰ ਨੂੰ ਤੋੜਨਾ ਪੈਣਾ ਆ।
ਸਰੀਰ ਜਿਹੜਾ ਸਾਨੂੰ ਮਿਹਨਤ ਕਰਨੀ ਪੈਣੀ, ਉਦਮੀ ਬਣਨੇ ਪੈਣਾ, ਫੇਰ ਹੀ ਸਾਡਾ ਜਿਹੜਾ ਜੀਵਨ ਦੇ ਵਿੱਚ ਕੋਈ ਨਾ ਕੋਈ ਸਾਨੂੰ ਪਦਾਰਥ ਜਿਹੜਾ ਪ੍ਰਾਪਤ ਹੋ ਸਕਦਾ ਆ। ਤੇ ਗੁਰੂ ਪਿਆਰ ਵਾਲਿਓ, ਜੇ ਕੋਈ ਮਨੁੱਖ ਚੰਗੀ ਕਮਾਈ ਵਧੀਆ ਢੰਗ ਨਾਲ ਕਰੇਗਾ ਉਹਨੂੰ ਉਹੋ ਜਿਹਾ ਮਿਲ ਜਾਣਾ ਆ, ਤੇ ਜਿਹੜਾ ਮਾੜੇ ਢੰਗ ਦੇ ਨਾਲ ਗਲਤ ਤਰੀਕੇ ਨਾਲ ਕਮਾਵੇਗਾ ਉਹਨੂੰ ਉਹੋ ਜਿਹਾ ਫਲ ਮਿਲ ਜਾਣਾ ਆ। ਫਰਕ ਹੈ ਦੋਨਾਂ 'ਚ, ਕਿਉਂਕਿ ਮਨੁੱਖ ਨੇ ਜਾਂ ਤਾਂ ਚੰਗਾ ਕੰਮ ਕਰੇਗਾ ਜਾਂ ਫਿਰ ਮਾੜਾ ਕਰੇਗਾ, ਕਿਸੇ ਨਾ ਕਿਸੇ ਪਾਸੇ ਤਾਂ ਜਾਵੇਗੇ ਨਾ। ਇਸੇ ਤਰ੍ਹਾਂ ਹੀ ਗੁਰੂ ਪਿਆਰ ਵਾਲਿਓ, ਜੇਕਰ ਅਸੀਂ ਚੰਗੀ ਨੀਅਤ ਦੇ ਨਾਲ ਗੁਰੂ ਦੇ ਕੋਲ ਆਉਂਦੇ ਆ ਤੇ ਫਿਰ ਸਾਡਾ ਜੀਵਨ ਚੰਗਾ ਬਣ ਜਾਵੇਗਾ। ਸਤਿਗੁਰੂ ਦੀ ਬਾਣੀ ਦਾ ਅਸੀਂ ਪਹਿਲਾਂ ਵੀ ਇਹ ਬਚਨ ਪੜ੍ਹਿਆ ਆ ਕਿ ਸਤਿਗੁਰ ਧਰਤੀ ਧਰਮ ਹੈ, ਤਿਸ ਵਿੱਚ ਜਿਹਾ ਕੋ ਬੀਜੈ ਤਿਹਾ ਫਲ ਖਾਏ। ਮਾਲਿਕ ਜੀ ਕਹਿੰਦੇ ਨੇ ਸਤਿਗੁਰੂ ਜਿਹੜਾ ਇੱਕ ਧਰਤੀ ਦੀ ਤਰ੍ਹਾਂ ਆ, ਜਿਵੇਂ ਧਰਤੀ ਵਿੱਚ ਜੋ ਬੀਜਾਂਗੇ, ਜਿਹੜੀ ਵੀ ਫਸਲ ਦਾ ਬੀਜ ਪਾਵਾਂਗੇ ਉਹੀ ਫਸਲ ਪੈਦਾ ਹੋਣੀ ਆ। ਜਿਹੜੇ ਵੀ ਬੂਟੇ ਦਾ ਬੀਜ ਪਾਵਾਂਗੇ, ਜਿਹੜਾ ਵੀ ਬੂਟਾ ਲਾਵਾਂਗੇ ਉਹੀ ਪੈਦਾ ਹੋਣਾ ਆ। ਇਸੇ ਤਰ੍ਹਾਂ ਹੀ ਸਤਿਗੁਰੂ ਦੇ ਕੋਲ ਜਿਹੜੀ ਵੀ ਅਸੀਂ ਨੀਤ ਲੈ ਕੇ ਆਵਾਂਗੇ, ਜਿਹੋ ਜੀ ਭਾਵਨਾ ਲੈ ਕੇ ਆਵਾਂਗੇ, ਜਿਹੋ ਜਿਹੇ ਵਿਚਾਰ ਲੈ ਕੇ ਆਵਾਂਗੇ, ਸਾਨੂੰ ਫਲ ਵੀ ਉਹੋ ਜਿਹਾ ਹੀ ਪ੍ਰਾਪਤ ਹੋਣਾ ਆ। ਹੋਰ ਅਸੀਂ ਜਿੰਨੇ ਮਰਜ਼ੀ ਯਤਨ ਕਰ ਲਈਏ, ਪਰ ਅੱਜ ਸਾਡਾ ਜੀਵਨ ਕਿਹੋ ਜਿਹਾ ਬਣਿਆ ਹੋਇਆ, ਬੀਜੇ ਬਿਖ ਮੰਗੈ ਅੰਮ੍ਰਿਤ। ਮਨੁੱਖ ਜਿਹੜਾ ਜੀਵਨ 'ਚ ਜ਼ਹਿਰ ਬੀਜਦਾ ਪਿਆ ਆ ਤੇ ਕਹਿੰਦਾ ਮੈਨੂੰ ਅੰਮ੍ਰਿਤ ਮਿਲ ਜਾਵੇ। ਜੀਵਨ ਦੇ ਵਿੱਚ ਮਾੜੇ ਕੰਮ ਕਰਦਾ ਆ ਤੇ ਕਹਿੰਦਾ ਫਲ ਮੈਨੂੰ ਚੰਗੇ ਕੰਮਾਂ ਦਾ ਮਿਲ ਜਾਵੇ। ਜੀਵਨ ਦੇ ਅੰਦਰ ਗਲਤ ਰਾਹਾਂ ਤੇ ਤੁਰ ਰਿਹਾ ਆ, ਜੀਵਨ ਅੰਦਰ ਔਗਣ ਬੀਜ ਰਿਹਾ ਆ ਤੇ ਕਹਿੰਦਾ ਮੇਰਾ ਜੀਵਨ ਸੋਹਣਾ ਬਣ ਜਾਵੇ, ਪਵਿੱਤਰ ਬਣ ਜਾਵੇ, ਮੇਰਾ ਜੀਵਨ ਜਿਹੜਾ ਨਾ ਵਿਕਾਰਾਂ ਤੋਂ ਬੁਰਾਈਆਂ ਤੋਂ ਬਚ ਜਾਵੇ। ਤੇ ਗੁਰੂ ਪਿਆਰ ਵਾਲਿਓ, ਜੋ ਬੀਜਾਂਗੇ ਮਿਲਣਾ ਸਾਨੂੰ ਉਹੀ ਆ, ਉਹੀ ਪ੍ਰਾਪਤ ਹੋਣਾ ਆ। ਇਹੀ ਜਿਹੜਾ ਮਾਲਕ ਜੀ ਜਿਹੜੀ ਸਾਨੂੰ ਵਿਚਾਰ ਦੇਣਾ ਚਾਹੁੰਦੇ ਨੇ, ਕਹਿੰਦੇ ਬਾਬਾ ਜਿਸ ਤੂੰ ਦੇ, ਕਹਿੰਦੇ ਜਿਸ ਨੂੰ ਤੂੰ ਇਹ ਆਨੰਦ ਦੀ ਦਾਤ ਦਿੰਦਾ ਆ ਸੋਈ ਜਨ ਪਾਵੇ। ਉਹੀ ਜਿਹੜਾ ਜਨ ਸੇਵਕ ਜਿਹੜਾ ਭਗਤ ਆ ਇਸ ਆਨੰਦ ਦੀ ਦਾਤ ਪ੍ਰਾਪਤ ਕਰਦਾ ਆ। ਤੇ ਗੁਰੂ ਪਿਆਰ ਵਾਲਿਓ, ਬੜੇ ਰੱਬ ਦੇ ਭਗਤ ਅਖਵਾਉਣ ਵਾਲੇ ਵੀ ਬੜੇ ਸੰਸਾਰ 'ਚ ਤੁਰੇ ਫਿਰਦੇ ਆ, ਬਹੁਤ ਆ ਜਿਹੜੇ ਕਹਿੰਦੇ ਅਸੀਂ ਰੱਬ ਦੇ ਭਗਤ ਆ, ਅਸੀਂ ਸੇਵਕ ਆ। ਪਰ ਅਸਲ ਵਿੱਚ ਸੇਵਕ ਜਿਹੜਾ ਰੱਬ ਦਾ ਭਗਤ ਹੈ ਉਹ ਕਿਹੜਾ ਹੈ? ਮਾਲਕ ਜੀ ਕਹਿੰਦੇ ਜਿਹੜਾ ਸੇਵਕ ਹੁੰਦਾ ਨਾ, ਹਰ ਕਾ ਸੇਵਕ ਸੋ ਹਰ ਜਿਹਾ। ਮਾਲਕ ਜੀ ਕਹਿੰਦੇ ਹਰੀ ਦਾ ਸੇਵਕ ਤਾਂ ਹਰੀ ਵਰਗਾ ਆ, ਉਹਦੇ ਵਿੱਚ ਤਾਂ ਕੋਈ ਫਰਕ ਨਹੀਂ ਹੈ। ਮਾਨ ਅਭਮਾਨ ਮੰਦੇ ਸੋ ਸੇਵਕ ਨਹੀਂ। ਜਿਹੜਾ ਹੰਕਾਰ ਦੇ ਵਿੱਚ, ਮਾਨ ਅਭਮਾਨ ਦੇ ਵਿੱਚ, ਜਿਹੜਾ ਆਦਰ ਨਿਰਾਦਰ ਦੇ ਵਿੱਚ ਹੀ ਫਸਿਆ ਹੋਇਆ ਆ ਕਿ ਮੇਰਾ ਕਿਸੇ ਨੇ ਆਦਰ ਨਹੀਂ ਕੀਤਾ, ਮੈਨੂੰ ਕਿਸੇ ਨੇ ਮਾਣ ਨਹੀਂ ਦਿੱਤਾ, ਵਡਿਆਈ ਨਹੀਂ ਦਿੱਤੀ, ਮੇਰੀ ਸਿਫਤ ਨਹੀਂ ਕੀਤੀ। ਮਾਲਿਕ ਜੀ ਕਹਿੰਦੇ ਉਹ ਸੇਵਕ ਨਹੀਂ ਹੈ। ਤਤ ਸਮਦਰਸੀ ਸੰਤੋ ਕਈ ਕੋਟ ਮੰਧਾਈ। ਮਾਲਿਕ ਜੀ ਕਹਿੰਦੇ ਨੇ, ਕਹਿੰਦੇ ਕਰੋੜਾਂ ਦੇ ਵਿੱਚ ਕੋਈ ਬਿਰਲਾ ਹੈ ਜਿਹੜਾ ਤਤ ਸਮਦਰਸੀ, ਜਿਹੜਾ ਸਾਰਿਆਂ ਨੂੰ ਬਰਾਬਰ ਦੀ ਨਿਗਾਹ ਨਾਲ ਵੇਖਦਾ ਆ, ਜਿਹੜਾ ਕਿਸੇ ਵਿੱਚ ਫਰਕ ਨਹੀਂ ਕਰਦਾ, ਵਿਤਕਰਾ ਨਹੀਂ ਕਰਦਾ। ਸੋ ਸੇਵਕ ਹਰ ਆਖੀਐ ਜੋ ਹਰ ਰਾਖੈ ਉਰ ਧਾਰ। ਮਾਲਿਕ ਜੀ ਕਹਿੰਦੇ ਨੇ ਅਸਲ ਵਿੱਚ ਸੇਵਕ ਉਹੀ ਆ ਜਿਹੜਾ ਆਪਣੇ ਹਿਰਦੇ ਵਿੱਚ ਉਸ ਪ੍ਰਭੂ ਦੇ ਨਾਮ ਨੂੰ ਵਸਾ ਕੇ ਰੱਖਦਾ ਹੈ। ਨਹੀਂ ਤਾਂ ਸੇਵਾਦਾਰੀ ਦਾ ਲੈਵਲ ਤਾਂ ਹਰ ਕੋਈ ਲਾ ਕੇ ਘੁੰਮਦਾ ਆ। ਹੁਣ ਜਿਹੜੇ ਸੇਵਾ ਕਰਦੇ ਹੁੰਦੇ ਨੇ ਉਹ ਤਾਂ ਪਿਛਾਂਹ ਰਹਿ ਜਾਂਦੇ ਆ, ਤੇ ਜਿਹੜੇ ਸਿਰਫ ਗੱਲਾਂ ਬਾਤਾਂ ਕਰਨ ਵਾਲੇ ਹੁੰਦੇ ਆ ਉਹ ਸੇਵਾਦਾਰੀ ਦਾ ਲੈਵਲ ਲਾ ਕੇ ਆਪਣਾ ਨਾਮ ਕਮਾ ਜਾਂਦੇ ਨੇ, ਬਣਾ ਜਾਂਦੇ ਨੇ। ਪਰ ਜਿਹੜੇ ਅਸਲ ਵਿੱਚ ਸੇਵਾ ਕਰਦੇ ਆ ਉਹਨਾਂ ਦੀ ਕੋਈ ਬਾਤ ਨਹੀਂ ਪੁੱਛਦਾ, ਉਹਨਾਂ ਨੂੰ ਕੋਈ ਸਾਹਮਣੇ ਲਿਆਉਣ ਲਈ ਤਿਆਰ ਨਹੀਂ ਹੈ। ਤੇ ਗੁਰੂ ਪਿਆਰ ਵਾਲਿਓ, ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਜੇਕਰ ਤੂੰ ਆਨੰਦ ਦੀ ਦਾਤ ਪ੍ਰਾਪਤ ਕਰਨੀ ਤੇ ਤੈਨੂੰ ਜੀਵਨ 'ਚ ਕੁਝ ਕਰਨਾ ਪੈਣਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਬੜਾ ਪਿਆਰਾ ਸ਼ਬਦ ਆ। ਪਾਤਸ਼ਾਹ ਜੀ ਨੇ ਇਹਦੇ ਵਿੱਚ ਕਾਜੀ ਦੇ ਜੀਵਨ ਦੀ ਗੱਲ ਕੀਤੀ। ਕਾਜੀ, ਹੁਣ ਇੱਥੇ ਇਹ ਸਮਝਣਾ ਕਿ ਭਈ ਕੇਵਲ ਜਿਹੜਾ ਇਹ ਉਪਦੇਸ਼ ਕਾਜੀ ਨੂੰ ਹੀ ਕੀਤਾ, ਇਹ ਉਪਦੇਸ਼ ਹਰੇਕ ਮਨੁੱਖ ਨੂੰ ਆ। ਮਾਲਿਕ ਜੀ ਦਾ ਬਚਨ ਆ, ਅਮਲ ਕਰ ਧਰਤੀ ਬੀਜ ਸ਼ਬਦੋ ਕਰ। ਅਮਲ ਕਰ ਧਰਤੀ, ਕਹਿੰਦੇ ਆਪਣੇ ਕਰਮ ਨੂੰ
ਆਪਣੇ ਕਰਮ ਨੂੰ, ਆਪਣੀ ਕਰਨੀ ਨੂੰ ਕਹਿੰਦੇ ਧਰਤੀ ਬਣਾ। ਜਿਹੜੇ ਤੇਰੇ ਕਰਮ ਨਾ, ਇਹਨਾਂ ਨੂੰ ਕੀ ਬਣਾ? ਧਰਤੀ। ਬੀਜ ਸ਼ਬਦੋ ਕਰ। ਮਾਲਿਕ ਜੀ ਕਹਿੰਦੇ ਇਹਦੇ ਵਿੱਚ ਕਾਹਦਾ ਬੀਜ ਪਾਉਣਾ? ਗੁਰੂ ਦੇ ਸ਼ਬਦ ਦਾ ਬੀਜ ਪਾ। ਆਪਣੇ ਕਰਮਾਂ ਵਿੱਚ ਗੁਰੂ ਦੇ ਸ਼ਬਦ ਦਾ ਬੀਜ ਪਾ। ਸੱਚ ਕੀ ਆਬ, ਕਹਿੰਦੇ ਜਦੋਂ ਕਰਮ ਨੂੰ ਧਰਤੀ ਬਣਾਵੇਂਗਾ, ਇਹਦੇ ਵਿੱਚ ਪ੍ਰਭੂ ਦੇ ਨਾਮ ਦਾ, ਸ਼ਬਦ ਦਾ ਬੀਜ ਪਾਵੇਂਗਾ, ਫਿਰ ਕਹਿੰਦੇ ਤੇਰੇ ਮਨ ਦੀ ਸੁੰਦਰਤਾ ਬਣੇਗੀ। ਜਿਹੜੀ ਤੇਰੇ ਆਤਮਿਕ ਜੀਵਨ ਦੀ ਸੁੰਦਰਤਾ ਬਣਦੀ ਨਾ, ਸੱਚ ਕੀ ਆਬ ਨਿਤ ਦੇ ਪਾਣੀ। ਤੇਰਾ ਜੀਵਨ ਜਿਹੜਾ ਸੱਚਾ ਬਣਿਆ ਨਾ, ਜਿਹੜਾ ਸੱਚਾ ਜੀਵਨ ਬਣ ਰਿਹਾ ਹਰ ਰੋਜ਼, ਫਿਰ ਕਿਉਂਕਿ ਕਰਮਾਂ ਦੇ ਵਿੱਚ ਜਦੋਂ ਮਾਲਕ ਦਾ ਨਾਮ ਹੋਵੇਗਾ ਨਾ, ਫਿਰ ਤੇਰਾ ਜੀਵਨ ਸੱਚਾ ਬਣੇਗਾ, ਫਿਰ ਤੇਰੇ ਜੀਵਨ ਦਾ ਸੱਚ ਆਵੇਗਾ। ਮਾਲਿਕ ਜੀ ਕਹਿੰਦੇ ਇਹ ਸੱਚ ਰੂਪੀ ਪਾਣੀ, ਆਤਮਿਕ ਜੀਵਨ ਦੀ ਸੁੰਦਰਤਾ ਦਾ ਜਿਹੜਾ ਪਾਣੀ ਆ, ਕਹਿੰਦੇ ਫਿਰ ਇਸ ਜੀਵਨ ਨੂੰ ਦੇ, ਇਸ ਕਰਮ ਰੂਪੀ ਧਰਤੀ ਨੂੰ ਦੇ। ਫਿਰ ਆਪਣੇ ਕਰਮਾਂ ਵਿੱਚ ਵੀ ਸੱਚ ਲੈ ਕੇ ਆ, ਫਿਰ ਤੇਰੇ ਕਰਮਾਂ ਵਿੱਚ ਵੀ ਸੱਚ ਹੋਵੇ। ਨਿਤ ਦੇ ਪਾਣੀ, ਕਹਿੰਦੇ ਇਹ ਸੱਚ ਦਾ ਪਾਣੀ ਆਪਣੇ ਜੀਵਨ ਅੰਦਰ ਦੇ। ਮਾਲਿਕ ਜੀ ਕਹਿੰਦੇ ਨੇ ਹੋਏ ਕਿਸਾਨ ਈਮਾਨ ਜਮਾਈ ਲੈ। ਕਹਿੰਦੇ ਇਹ ਕਿਸਾਨ ਵਰਗਾ ਉਦਮੀ ਬਣ, ਕਿਉਂਕਿ ਕਿਸਾਨ ਜਿਹੜਾ ਉਦਮੀ ਹੁੰਦਾ ਆ, ਕਿਉਂਕਿ ਉਦਮ ਕਰਕੇ ਹੀ, ਜੇ ਕਿਸਾਨ ਉਦਮੀ ਆ ਫੇਰ ਹੀ ਉਹ ਫਸਲ ਬੀਜਦਾ, ਫੇਰ ਹੀ ਤੜਕੇ ਉੱਠ ਕੇ ਉਹ ਜਾ ਖੇਤ ਬੋਂਦਾ ਆ, ਕਿੰਨਾ ਕੰਮ ਕਰਦਾ ਆ। ਤੇ ਮਾਲਿਕ ਜੀ ਨੇ ਕਿਸਾਨ ਦੀ ਐਗਜ਼ਾਮਪਲ ਰੱਖੀ, ਕਹਿੰਦੇ ਹੋਏ ਕਿਸਾਨ ਈਮਾਨ ਜਮਾਈ ਲੈ। ਕਹਿੰਦੇ ਕਿਸਾਨ ਵਰਗਾ ਉਦਮੀ ਬਣ, ਫਿਰ ਈਮਾਨ ਜਮਾਈ ਲੈ। ਕਹਿੰਦੇ ਤੇਰੀ ਈਮਾਨ ਦਾ ਮਤਲਬ ਸ਼ਰਧਾ, ਕਹਿੰਦੇ ਤੇਰੀ ਸ਼ਰਧਾ ਵਧੇਗੀ, ਤੇਰਾ ਭਰੋਸਾ ਬਣੇਗਾ, ਤੂੰ ਈਮਾਨ ਵਿੱਚ ਪੱਕਾ ਹੋਵੇਂਗਾ। ਕਿਉਂਕਿ ਜਿਹੜੇ ਮੁਸਲਮਾਨ ਆ ਈਮਾਨ ਦੇ ਵਿੱਚ ਪੱਕੇ ਹੁੰਦੇ ਆ, ਉਹ ਕਦੇ ਵੀ ਡੋਲਦੇ ਨਹੀਂ, ਨਾ ਹੀ ਉਹ ਕਦੀ ਖਰੀਦੇ ਜਾਂਦੇ ਆ। ਪਰ ਜਿਹੜਾ ਮੁਸਲਮਾਨ ਆਪਣੇ ਈਮਾਨ ਦੇ ਵਿੱਚ ਪੱਕਾ ਨਹੀਂ ਹੈ, ਉਹ ਮੁਸਲਮਾਨ ਨਹੀਂ ਹੋ ਸਕਦਾ। ਇਸੇ ਤਰ੍ਹਾਂ ਸਿੱਖ ਵੀ ਜਿਹੜਾ ਆਪਣੇ ਅਕੀਦੇ ਵਿੱਚ ਪੱਕਾ ਹੈ, ਜਿਹੜਾ ਮਨੁੱਖ ਆਪਣੇ ਅਕੀਦੇ ਵਿੱਚ, ਆਪਣੇ ਈਮਾਨ ਵਿੱਚ ਪੱਕਾ ਹੈ, ਉਹੀ ਅਸਲ ਵਿੱਚ ਮਨੁੱਖ ਹੈ, ਉਹੀ ਅਸਲ ਵਿੱਚ ਇਨਸਾਨ ਹੈ। ਕਹਿੰਦੇ ਹੋਏ ਕਿਸਾਨ ਈਮਾਨ ਜਮਾਏ ਲੈ, ਭਿਸਤ ਦੋਜ਼ਕ ਮੂੜੇ ਵਜਾਣੀ। ਕਹਿੰਦੇ ਫਿਰ ਤੈਨੂੰ ਪਤਾ ਲੱਗੇਗਾ ਕਿ ਅਸਲ ਵਿੱਚ ਦੋਜ਼ਕ ਕੀ ਆ ਤੇ ਭਿਸਤ ਕੀ ਆ। ਕਿਉਂਕਿ ਮੁਸਲਮਾਨਾਂ ਦੇ ਵਿੱਚ ਸਵਰਗ ਨੂੰ ਕੀ ਕਹਿੰਦੇ ਆ? ਭਿਸਤ। ਦੋਜ਼ਕ ਨੂੰ, ਨਰਕ ਨੂੰ ਕਹਿੰਦੇ ਅੱਗ। ਨਰਕ ਕੀ ਆ? ਦੋਜ਼ਕ। ਦੋਜ਼ਕ ਭਾਵ ਅੱਗ। ਅੱਗੇ ਕਹਿੰਦੇ ਨੇ ਮਤ ਜਾਣ ਸ਼ਹਿ ਗੱਲੀ ਪਾਇਆ। ਕਹਿੰਦੇ ਮਤਾ ਇਹ ਨਾ ਸਮਝੀ ਕਿ ਮੈਂ ਧਰਮ ਦੀਆਂ ਗੱਲਾਂ ਕਰਕੇ, ਮਜ਼ਹਬ ਦੀਆਂ ਗੱਲਾਂ ਕਰਕੇ ਤੇ ਮੈਂ ਰੱਬ ਨੂੰ ਪ੍ਰਾਪਤ ਕਰ ਲਵਾਂਗਾ, ਖੁਦਾ ਨੂੰ ਪ੍ਰਾਪਤ ਕਰ ਲਵਾਂਗਾ। ਕਹਿੰਦੇ ਮਤ ਜਾਣ ਸ਼ਹਿ ਗੱਲੀ ਪਾਇਆ, ਮਾਲ ਕੈ ਮਾਣੇ। ਮਾਲ ਦਾ ਅਰਥ ਕੀ ਆ? ਧਨ ਦੌਲਤ। ਮਾਲ ਕੈ ਮਾਣੇ ਰੂਪ ਕੀ ਸ਼ੋਭਾ, ਇਤ ਵਿਧੀ ਜਨਮ ਗਵਾਇਆ। ਕਹਿੰਦੇ ਤੂੰ ਮਾਲ ਕੈ ਮਾਣੇ, ਕਹਿੰਦੇ ਜਿਹੜਾ ਤੂੰ ਬੇਈਮਾਨੀਆਂ ਕਰ ਕਰਕੇ ਧਨ ਇਕੱਠਾ ਕੀਤਾ ਹੋਇਆ, ਉਸ ਹੰਕਾਰ ਵਿੱਚ ਡੁੱਬਿਆ ਹੋਇਆ ਆ। ਤੇ ਰੂਪ ਕੀ ਸ਼ੋਭਾ, ਕਹਿੰਦੇ ਤੂੰ ਆਪਣੇ ਰੂਪ ਵਿੱਚ ਵਿਕਾਰਾਂ ਦੇ ਵਿੱਚ ਵਿਕਾਰੀ ਹੋ ਕੇ, ਕਹਿੰਦੇ ਵਿਕਾਰੀ ਹੋ ਕੇ ਆਪਣੇ ਰੂਪ ਦੀ ਸ਼ੋਭਾ ਵਿੱਚ, ਵਡਿਆਈ ਵਿੱਚ ਡੁੱਬਿਆ ਹੋਇਆ, ਫਸਿਆ ਹੋਇਆ ਆ। ਤੇਰਾ ਮਨ ਵਿਕਾਰੀ ਬਣਿਆ ਹੋਇਆ ਆ। ਇਤ ਵਿਧੀ ਜਨਮ ਗਵਾਇਆ। ਕਹਿੰਦੇ ਇਸ ਤਰੀਕੇ ਨਾਲ ਤੂੰ ਆਪਣਾ ਜਨਮ ਗਵਾ ਰਿਹਾ ਆ। ਹੁਣ ਮਨੁੱਖ ਨੇ ਬੇਈਮਾਨੀਆਂ ਕਰਕੇ ਬੜਾ ਪਦਾਰਥ, ਧਨ ਦੌਲਤ ਇਕੱਠਾ ਕਰ ਲਿਆ ਤੇ ਮਾਣ ਕਰੀ ਜਾਵੇ ਕਿ ਮੇਰੇ ਕੋਲ ਜਿੰਨਾ ਧਨ ਦੌਲਤ ਦੁਨੀਆ ਕੋਲ ਹੈ ਹੀ ਨਹੀਂ, ਮੈਂ ਸਭ ਤੋਂ ਵੱਡਾ ਆ, ਅਮੀਰ ਆ। ਆਖੇ ਕਿ ਭਾਈ ਮੇਰਾ ਬੜਾ ਰੂਪ ਆ, ਮੈਂ ਸਾਰੀ ਦੁਨੀਆ ਨਾਲੋਂ ਸੁੰਦਰ ਆ, ਮੈਂ ਬੜਾ ਸੋਹਣਾ ਹੈ, ਆਪਣੇ ਰੂਪ ਦਾ ਬੜਾ ਮਾਣ ਕਰੇ, ਉਹ ਮਨੁੱਖ ਵਿਕਾਰੀ ਬਣ ਜਾਂਦਾ। ਆਪਣੇ ਰੂਪ ਦੇ ਵਿੱਚ ਫਸ ਕੇ ਵਿਕਾਰੀ ਹੋ ਜਾਂਦਾ ਆ। ਤੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਤਰੀਕੇ ਨਾਲ ਤੂੰ ਆਪਣਾ ਇਹ ਜਨਮ ਗਵਾ ਲਿਆ, ਇਹ ਤੇਰਾ ਜੀਵਨ ਸਫਲਾ ਨਹੀਂ ਹੋ ਸਕਦਾ। ਅੱਗੇ ਕਹਿੰਦੇ ਨੇ ਐਬ ਤਨ ਚੀਕੜੋ। ਹੁਣ ਜਿਹੜਾ ਇੱਕ ਹੁੰਦਾ ਚਿੱਕੜ ਹੁੰਦਾ ਨਾ, ਚਿੱਕੜ ਦੇ ਵਿੱਚ ਹੁੰਦਾ ਆ ਡੱਡੂ, ਤੇ ਚਿੱਕੜ ਦੇ ਵਿੱਚ ਹੀ ਕਮਲ ਦਾ ਫੁੱਲ ਵੀ ਹੁੰਦਾ ਆ। ਕਮਲ ਦਾ ਫੁੱਲ ਜਿਹੜਾ ਨਾ ਉਹ ਚਿੱਕੜ ਦੇ ਵਿੱਚ ਹੀ ਉੱਗਦਾ ਆ, ਤੇ ਡੱਡੂ ਜਿਹੜਾ ਉੱਥੇ ਕਮਲ ਦੇ ਫੁੱਲ ਦੇ ਕੋਲ, ਡੱਡੂ ਵੀ ਚਿੱਕੜ 'ਚ, ਡੱਡੂ ਵੀ ਜਿਹੜਾ ਚਿੱਕੜ ਵਿੱਚ ਹੀ ਰਹਿੰਦਾ ਆ। ਹੁਣ ਡੱਡੂ ਨੂੰ ਕਮਲ ਦੇ ਫੁੱਲ ਦੀ ਕੋਈ ਸਾਰ ਨਹੀਂ ਹੈਗੀ, ਉਹਨੂੰ ਕੋਈ ਕਦਰ ਨਹੀਂ ਹੈਗੀ। ਤੇ ਮਾਲਿਕ ਜੀ ਕਹਿੰਦੇ ਐਬ ਤਨ ਚਿੱਕੜੋ। ਕਹਿੰਦੇ ਆ ਸਰੀਰ ਰੂਪੀ ਕੀ ਆ? ਆ ਕਹਿੰਦੇ ਸਰੀਰ ਵਿੱਚ ਕੀ ਆ? ਇਹ ਸਰੀਰ ਕੀ ਤੇਰਾ ਕੀ? ਕਹਿੰਦੇ ਇਹ 'ਚ ਵਿਕਾਰਾਂ ਦੀ ਚਿੱਕੜ ਆ।
ਐਬ ਤਨ ਚਿੱਕੜੋ, ਤੇਰੇ ਜੀਵਨ ਵਿੱਚ ਵਿਕਾਰਾਂ ਦਾ ਚਿੱਕੜ, ਐਬਾਂ ਦਾ ਚਿੱਕੜ ਆ, ਵਿਕਾਰਾਂ ਦਾ, ਬੁਰਾਈਆਂ ਦਾ ਚਿੱਕੜ ਆ ਤੇਰੇ ਜੀਵਨ ਅੰਦਰ। ਇਹ ਮਨ ਮੀਂਡਕੋ, ਇਹ ਜਿਹੜਾ ਤੇਰਾ ਮਨ ਕੀ ਆ, ਡੱਡੂ ਬਣ ਕੇ ਬੈਠਾ ਹੋਇਆ ਇਸ ਵਿਕਾਰਾਂ ਦੇ ਚਿੱਕੜ ਵਿੱਚ। ਮਨ ਕੀ ਤੇਰਾ ਡੱਡੂ ਬਣ ਕੇ ਬੈਠਾ ਹੋਇਆ। ਮਾਲਿਕ ਜੀ ਕਮਲ ਕੀ ਸਾਰ ਨਹੀਂ ਮੂਲ ਪਾਈ, ਕਹਿੰਦੇ ਇਸ ਨੇ ਕਮਲ ਕੀ ਸਾਰ, ਕਹਿੰਦੇ ਮਨ ਰੂਪੀ ਡੱਡੂ ਨੇ ਵਿਕਾਰਾਂ ਦੇ ਚਿੱਕੜ ਵਿੱਚ ਫਸਿਆ ਹੋਇਆ, ਹਰ ਵੇਲੇ ਬੁਰੇ ਕੰਮ ਕਰ ਰਿਹਾ ਆ। ਕਹਿੰਦੇ ਪਰ ਕਮਲ ਕੀ ਸਾਰ ਕੀ ਆ, ਪ੍ਰਭੂ ਦੇ ਨਾਮ ਦੀ ਇਹਨੂੰ ਸਮਝ ਨਹੀਂ ਆਈ। ਪ੍ਰਭੂ ਦਾ ਨਾਮ ਕੀ ਹੈ? ਕਮਲ ਦਾ ਫੁੱਲ। ਕਮਲ ਦਾ ਜਿਹੜਾ ਪ੍ਰਭੂ ਦਾ ਨਾਮ ਆ, ਉਹਦੀ ਇਹਨੂੰ ਸਮਝ ਨਹੀਂ ਆਈ ਜੀਵਨ 'ਚ, ਇਹਨੇ ਪਹਿਚਾਣ ਨਹੀਂ ਕੀਤੀ, ਕਿਉਂਕਿ ਇਹ ਵਿਕਾਰਾਂ ਦੇ ਚਿੱਕੜ ਵਿੱਚ ਇੰਨਾ ਫਸਿਆ ਹੋਇਆ ਸਾਡਾ ਮਨ, ਇਹਨੂੰ ਚੰਗੇ ਕੰਮਾਂ ਦੀ ਸਮਝ ਹੀ ਨਹੀਂ ਹੈਗੀ, ਇਹਨੂੰ ਪ੍ਰਭੂ ਦੇ ਗੁਣਾਂ ਦੀ ਕਦਰ ਹੀ ਨਹੀਂ ਹੈਗੀ ਕਿ ਮੇਰਾ ਜੀਵਨ ਬੜਾ ਸੋਹਣਾ ਬਣ ਜਾਵੇਗਾ। ਗੁਰੂ ਪਿਆਰ ਵਾਲਿਓ, ਜਿਹਨੂੰ ਕਦਰ ਹੋਵੇ, ਸਮਝ ਹੋਵੇ, ਉਹ ਤਾਂ ਬਾਹਰੋਂ ਆ ਕੇ ਵੀ ਜਿਹੜਾ ਨਾਮ ਪ੍ਰਾਪਤ ਕਰ ਲੈਂਦਾ। ਭਾਵੇਂ ਜਿਹਦੇ ਅੰਦਰ ਕਦਰ ਹੋਵੇ, ਕੋਈ ਵੀ ਸੰਸਾਰ ਵਿੱਚ ਆ, ਜਿਹਨੂੰ ਕਿਸੇ ਦੀ ਗੱਲਬਾਤ ਦੀ ਕਦਰ ਹੋਵੇ, ਸਮਝ ਹੋਵੇ, ਉਹ ਦੂਰੋਂ ਆ ਕੇ ਵੀ ਉਹਦੀ ਗੱਲ ਸੁਣ ਲੈਂਦਾ ਆ। ਤੇ ਜਿਹਨੂੰ ਕਦਰ ਨਹੀਂ ਹੈ, ਸਮਝ ਨਹੀਂ ਹੈ, ਭਾਵੇਂ ਤੁਸੀਂ ਲਾਗੇ ਬਹਿ ਕੇ ਵੀ ਸਲਾਹਾਂ ਦੇਈ ਜਾਓ, ਉਹਨੇ ਨਹੀਂ ਉਸ ਗੱਲ ਤੇ ਅਸਰ ਕਰਨਾ। ਉਹਨੂੰ ਕਦਰ ਹੀ ਨਹੀਂ ਹੈ, ਸਮਝ ਨਹੀਂ ਹੈ। ਇਸੇ ਤਰ੍ਹਾਂ ਜਿਨ੍ਹਾਂ ਨੂੰ ਗੁਰਬਾਣੀ ਦੀ ਕਦਰ ਹੈ, ਸਮਝ ਹੈ, ਉਹ ਤਾਂ ਭਾਵੇਂ ਜਿੱਡੀ ਮਰਜ਼ੀ ਦੂਰ ਰਹਿੰਦੇ ਹੋਣੋਂ, ਫਿਰ ਵੀ ਗੁਰਬਾਣੀ ਸੁਣ ਲੈਂਦੇ, ਕੋਈ ਨਾ ਕੋਈ ਤਰੀਕਾ ਵਰਤ ਲੈਂਦੇ, ਕੋਈ ਨਾ ਕੋਈ ਤਰੀਕਾ ਕੱਢ ਲੈਂਦੇ ਕਿ ਭਾਈ ਅਸੀਂ ਗੁਰਬਾਣੀ ਪੜ੍ਹਨੀ ਆ, ਸੁਣਨੀ ਆ, ਵਿਚਾਰਨੀ ਆ। ਜਿਨ੍ਹਾਂ ਨੇ ਸਿਰਫ ਬਾਹਰੀ ਤੌਰ ਤੇ ਵਿਖਾਵਾ ਹੀ ਕਰਨਾ ਆ, ਮਨ ਵਿਕਾਰਾਂ ਦੇ ਚਿੱਕੜ ਵਿੱਚ ਡੁੱਬਿਆ ਹੋਇਆ ਆ, ਮਨ ਵਿਕਾਰੀ ਬਣਿਆ ਹੋਇਆ, ਮਨ ਹੋਰ ਹੀ ਬੁਰਾਈਆਂ ਵਿੱਚ ਘੁੰਮ ਰਿਹਾ ਆ, ਉਹ ਭਾਵੇਂ ਗੁਰੂ ਦੇ ਕੋਲ ਕਿਉਂ ਨਾ ਰਹਿੰਦੇ ਹੁਣ, ਉੱਥੇ ਵੀ ਉਹ ਗੁਰਬਾਣੀ ਦੀ ਕਦਰ ਉਹਨਾਂ ਨੂੰ ਨਹੀਂ ਪੈਂਦੀ, ਉੱਥੇ ਵੀ ਉਹ ਗੁਰੂ ਦੀ ਗੁਰਬਾਣੀ ਨਹੀਂ ਸੁਣ ਸਕਦੇ। ਤੇ ਪਾਤਸ਼ਾਹ ਕਹਿੰਦੇ ਨੇ ਐਬ ਤਨ ਚੀਕੜੋ, ਇਹ ਮਨ ਮੀਂਡਕੋ, ਕਮਲ ਕੀ ਸਾਰ ਨਹੀਂ ਮੂਲ ਪਾਈ, ਭੌਰ ਉਸਤਾਦ ਨਿਤ ਭਾਖਿਆ ਬੋਲੇ। ਭੌਰ ਉਸਤਾਦ, ਜਿਹੜਾ ਭੋਰਾ ਹੁੰਦਾ ਨਾ, ਉਹ ਬਾਹਰੋਂ ਆ ਕੇ, ਭੋਰਾ ਕਿਹੜਾ ਚਿੱਕੜ 'ਚ ਰਹਿੰਦਾ, ਉਹ ਬਾਹਰੋਂ ਆ ਕੇ ਕਮਲ ਦੇ ਫੁੱਲ ਉੱਤੇ ਆ ਕੇ ਗੁੰਜਾਰ ਪਾਉਂਦਾ, ਉੱਥੇ ਆ ਕੇ ਰਸ ਇਕੱਠਾ ਕਰਦਾ। ਤੇ ਜਿਹੜਾ ਗੁਰੂ ਦਾ ਪਿਆਰਾ, ਗੁਰਮੁਖ ਪਿਆਰਾ, ਉਹ ਕਹਿੰਦੇ ਭਾਵੇਂ ਜਿੱਥੇ ਮਰਜ਼ੀ ਵੀ ਬੈਠਾ ਹੋਵੇ, ਜਿਹਨੂੰ ਗੁਰਬਾਣੀ ਦੀ ਕਦਰ ਹੈ, ਸਮਝ ਹੈ, ਉਹ ਦੂਰੋਂ ਆ ਕੇ ਵੀ ਗੁਰੂ ਦਾ ਉਪਦੇਸ਼ ਪ੍ਰਾਪਤ ਕਰ ਲੈਂਦਾ ਆ। ਭੌਰ ਉਸਤਾਦ ਨਿਤ ਭਾਖਿਆ ਬੋਲੇ, ਕਹਿੰਦੇ ਉਸਤਾਦ ਦਾ ਅਰਥ ਕੀ ਆ? ਗੁਰੂ। ਕਹਿੰਦੇ ਗੁਰੂ ਜਿਹੜਾ ਹਰ ਵੇਲੇ ਉਪਦੇਸ਼ ਕਰਦਾ ਆ, ਗੁਰੂ ਹਰ ਵੇਲੇ ਹੁਕਮ ਕਰਦਾ, ਉਪਦੇਸ਼ ਕਰਦਾ, ਗੁਰੂ ਹਰ ਵੇਲੇ ਸਾਨੂੰ ਗੁਰਬਾਣੀ ਦੀ ਵਿਚਾਰ ਦੱਸਦੇ ਨੇ। ਕਿਉਂ ਬੂਝੇ ਜਾਂ ਨਹਿ ਬੁਝਾਈ, ਮਾਲਿਕ ਜੀ ਆਖਦੇ ਨੇ ਗੁਰੂ ਤਾਂ ਹਰ ਵੇਲੇ ਉਪਦੇਸ਼ ਕਰ ਰਿਹਾ, ਪਰ ਮਨ ਰੂਪੀ ਜਿਹੜਾ ਡੱਡੂ ਨਾ ਵਿਕਾਰਾਂ ਦੇ ਚਿੱਕੜ ਵਿੱਚ ਇੰਨਾ ਖਚਤ ਹੋਇਆ ਪਿਆ, ਇਹਨੂੰ ਗੁਰੂ ਦੇ ਉਪਦੇਸ਼ ਸੁਣਦਾ ਹੀ ਨਹੀਂ, ਚੰਗਾ ਹੀ ਨਹੀਂ ਲੱਗਦਾ। ਤੇ ਗੁਰੂ ਪਿਆਰ ਵਾਲਿਓ, ਜੇ ਅਸੀਂ ਗੁਰੂ ਦੇ ਉਪਦੇਸ਼ ਨੂੰ ਸੁਣਦੇ ਹੋਈਏ ਤੇ ਸਾਡਾ ਜੀਵਨ, ਅਸੀਂ ਮਾਲਿਕ ਦੇ ਨਾਮ ਦੀ ਕਦਰ ਨਾ ਪ੍ਰਾਪਤ ਕਰ ਲਈਏ, ਉਹਦੇ ਗੁਣਾਂ ਦੀ ਕਦਰ ਨਾ ਕਰੀਏ, ਜੀਵਨ ਸਾਡਾ ਨਿਰਮਲ ਨਾ ਬਣ ਜਾਵੇ। ਕਿਉਂਕਿ ਅੱਜ ਸਾਡਾ ਜੀਵਨ ਇਹੋ ਜਿਹਾ ਬਣਿਆ ਹੋਇਆ, ਆ ਵਿਕਾਰਾਂ ਦਾ ਚਿੱਕੜ, ਆਲੇ ਦੁਆਲੇ ਚਿੱਕੜ ਹੀ ਆ, ਕਰਮ ਕਾਂਡ, ਵਹਿਮ ਭਰਮ, ਇਹ ਸਾਰਾ ਚਿੱਕੜ ਹੀ ਆ, ਬੁਰਾਈਆਂ, ਨਿੰਦਿਆ, ਈਰਖਾ, ਲਾਲਚ, ਇਹ ਸਭ ਕੀ ਚਿੱਕੜ ਆ। ਇਹਦੇ ਵਿੱਚ ਮਨੁੱਖ ਫਸਿਆ ਹੋਇਆ, ਡੱਡੂ ਬਣ ਕੇ ਇਹਦੇ ਵਿੱਚ ਰਹਿ ਰਿਹਾ ਆ। ਚਿੱਕੜ ਦੇ ਵਿੱਚੋਂ ਬਾਹਰ ਨਿਕਲਣ ਨੂੰ ਇਹਦਾ ਜੀ ਨਹੀਂ ਕਰਦਾ। ਤੇ ਜਿਸ ਕਰਕੇ ਹੁਣ ਮਾਲਿਕ ਜੀ ਕਹਿੰਦੇ ਭੌਰ ਉਸਤਾਦ ਨਿਤ ਭਾਖਿਆ ਬੋਲੇ, ਕਿਉਂ ਬੂਝੇ ਜਾਂ ਨਹਿ ਬੁਝਾਈ। ਕਹਿੰਦੇ ਇਹਨੂੰ ਸਮਝ ਨਹੀਂ ਆ ਰਹੀ, ਗੁਰੂ ਉਪਦੇਸ਼ ਹਰ ਵੇਲੇ ਕਰ ਰਿਹਾ, ਪਰ ਅਸੀਂ ਗੁਰੂ ਦੀ ਵਿਚਾਰ ਮੰਨਣ ਲਈ ਤਿਆਰ ਨਹੀਂ। ਅਸੀਂ ਇਹ ਨਹੀਂ ਕਹਿ ਸਕਦੇ ਕਿ ਗੁਰੂ ਸਾਹਿਬ ਜੀ ਸਾਨੂੰ ਉਪਦੇਸ਼ ਨਹੀਂ ਕਰਦੇ। ਗੁਰੂ ਸਾਹਿਬ ਜੀ ਤਾਂ 24 ਘੰਟੇ ਹੁਕਮ ਕਰਦੇ ਆ, 24 ਘੰਟੇ ਉਪਦੇਸ਼ ਕਰ ਰਹੇ ਆ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਪਰ ਅਸੀਂ ਕਹਿੰਦੇ ਆ ਕਿ ਭਾਈ ਪਾਤਸ਼ਾਹ ਜੀ, ਸਾਡੇ ਕੋਲ ਬਾਣੀ ਪੜ੍ਹਨ ਦਾ ਟਾਈਮ ਨਹੀਂ ਹੈ, ਸਾਡੇ ਕੋਲ ਤਾਂ ਹੋਰ ਜਿਹੜੀਆਂ ਵਿਚਾਰਾਂ ਸੁਣਨ ਦਾ, ਨਿੰਦਿਆ ਈਰਖਾ ਕਰਨ ਦਾ ਸਮਾਂ ਹੈ। ਸਾਡੇ ਕੋਲ ਸਮਾਂ ਨਹੀਂ ਹੈ ਤੁਹਾਡੀ ਗੁਰਬਾਣੀ ਸੁਣਨ ਦਾ, ਸਾਡੇ ਕੋਲ ਸਮਾਂ ਹੈ ਗੰਦੇ ਗੀਤ, ਗੰਦੇ ਬੋਲ ਸੁਣਨ ਦਾ ਸਮਾਂ ਹੈ। ਸਾਡੇ ਕੋਲ ਸਮਾਂ ਨਹੀਂ ਹੈ ਕਿ ਅਸੀਂ ਤੁਹਾਡੀ ਗੁਰਬਾਣੀ ਨੂੰ ਪੜ੍ਹ ਕੇ ਆਪਣੇ ਜੀਵਨ ਨੂੰ ਸੋਹਣਾ ਬਣਾ ਲਈਏ। ਮਾਲਿਕ ਜੀ, ਅਸੀਂ ਤਾਂ ਵਿਕਾਰਾਂ ਵਿੱਚ ਰਹਿਣ ਵਾਲੇ ਹਾਂ, ਅਸੀਂ ਤਾਂ ਵਿਕਾਰੀ ਬਣ ਕੇ ਰਹਿਣਾ। ਅਸੀਂ ਚਾਹੁੰਦੇ ਨਹੀਂ ਕਿ ਸਾਡਾ ਜੀਵਨ ਸੁਧਰੇ ਨਾ, ਸਾਡਾ ਜੀਵਨ ਬਦਲੇ ਨਾ। ਗੁਰੂ ਪਿਆਰ ਵਾਲਿਓ, ਜਿਨ੍ਹਾਂ ਨੇ ਜੀਵਨ ਬਦਲਣਾ ਹੁੰਦਾ ਨਾ, ਉਹ ਘਰ ਬੈਠ ਕੇ ਵੀ ਬਦਲ ਲੈਂਦੇ, ਪਰ ਜਿਨ੍ਹਾਂ ਨੇ ਜੀਵਨ ਵਿੱਚ ਤਬਦੀਲੀ ਲੈ ਕੇ ਨਹੀਂ ਆਉਣੀ, ਉਹ ਭਾਵੇਂ ਗੁਰੂ ਦੇ ਕੋਲ ਆ ਜਾਣ, ਫੇਰ ਵੀ ਨਹੀਂ ਬਦਲ ਸਕਦੇ। ਤੇ ਪਾਤਸ਼ਾਹ ਜੀ ਕਹਿੰਦੇ ਨੇ ਕਿਉਂ ਬੂਝੇ ਨਾ ਜਾਂ ਨਹਿ ਬੁਝਾਈ,
अगे कहते 30 कर रखे 5 कर साथी। हुण मुसलमान जिहड़े 30 रोजे रखते आ ते 5 नमाज़ां पढ़ते आ ते पातशाह कहते काजी नूं, हे काजी तू 30 रोजे रोज़ रखदा आ ते 5 नमाज़ां नूं की अपना तू साथी बनाया होया आ। गुरु प्यार वाले हुण असीं भी 5 बाणियां दा नितनेम करते हैं, असीं भी अंम੍ਰਿਤ वेले 5 बाणियां नितनेम करते पाठ करते हैं। असीं भी किन्ना कुछ मतलब धर्म के नाँ ते किन्ना कुछ असीं भी वर्त रखते हैं, वर्त रखे जाते आ। कोई सोमवार का वर्त, कोई मंगलवार का, कोई ऐतवार का, कोई किसी दिन का वर्त रखे जा रहे। मालिक जी कहते 30 कर रखे 5 कर साथी, नाओ शैतान मत कट जाई। कहते तू ये सारे काम ना विखावे वास्ते करदा आ, इस वास्ते करदा कि कोई मैनू बंदा शैतान ना आखे, कोई मैनू माड़ा ना आखे, कि मेरे नालों ये माड़ापन जिहड़ा शब्द है खत्म हो जाए। सिर्फ इस वास्ते रखदा आ, तू इस वास्ते नहीं रखदा, इस वास्ते गुरु की बाणी नहीं पढ़दा कि भाई मेरा जीवन सोहना बन जाए, मैनू अकल आ जाए, समझ आ जाए। तू सिर्फ विखावे वास्ते, दुनिया विच चंगा खवाउण वास्ते। क्योंकि ਜਿਹੜੇ ਹੁੰਦੇ ना समाज ਵਿੱਚ बड़े लोग सज्जन, भाई सज्जन वर्गे, ਹੁਣ ਜਿਹੜਾ सज्जन ठग ਸੀਗਾ ना ਉਹ ਕੀ ਕਰਦਾ ਸੀ, ਬਾਹਰੀ ਲੋਕਾਂ ਵਿੱਚ ਉਹਦੀ ਰੂਪ ਰੇਖਾ ਇਹੋ ਜੀ ਬਣੀ ਹੋਈ ਸੀ ਕਿ ਜਿਹੜਾ ਭਾਈ ਸੱਜਣ ਆ ਉਹ ਬੜੇ ਚੰਗੇ ਕੰਮ ਕਰਦਾ, ਮੁਸਾਫਰਾਂ ਨੂੰ ਰਹਿਣ ਵਾਸਤੇ ਰਾਤ ਨੂੰ ਕਮਰੇ ਦਿੰਦਾ ਆ, ਉਹਨਾਂ ਦੀ ਮਦਦ ਕਰਦਾ, ਖਾਣਾ ਪਾਣੀ ਭੋਜਨ ਸਭ ਕੁਝ ਦਿੰਦਾ ਆ। ਪਰ ਲੋਕਾਂ ਨੂੰ ਇਹ ਥੋੜ੍ਹਾ ਪਤਾ ਸੀ ਅੰਦਰਲੀ ਗੱਲ ਦਾ ਕਿ ਉਹ ਤਾਂ ਰਾਤ ਨੂੰ ਲੋਕਾਂ ਨੂੰ ਖਾਣੇ ਦੇ ਵਿੱਚ ਨਸ਼ੀਲੀ ਦਵਾਈ ਦੇ ਕੇ ਉਹਨਾਂ ਨੂੰ ਮਾਰ ਦਿੰਦਾ ਸੀ ਤੇ ਉਹਨਾਂ ਦਾ ਸਾਰਾ ਧਨ ਲੁੱਟ ਲੈਂਦਾ ਸੀ। ਤੇ ਅੱਜ ਦੇ ਸਮੇਂ ਅੰਦਰ ਵੀ ਧਰਮ ਦਾ ਬੁਰਕਾ ਜਿਹੜਾ ਪਾਇਆ ਹੋਇਆ ਆ, ਜੋ ਕਿਸੇ ਨੇ ਆਪਣੇ ਔਗਣਾਂ ਨੂੰ ਛੁਪਾਉਣ ਵਾਸਤੇ ਲੋਕ ਧਰਮ ਦਾ ਬੁਰਕਾ ਪਾ ਲੈਂਦੇ, ਧਰਮ ਦਾ ਆਸਰਾ ਲੈਂਦੇ ਆ। ਫਿਰ ਲੋਕ ਧਰਮ ਦੇ ਨਾਂ ਤੇ ਬਹੁਤ ਵੱਡੇ ਵੱਡੇ ਕੰਮ ਕਰਦੇ ਆ, ਪਰ ਪਤਾ ਸਾਨੂੰ ਵੀ ਹੁੰਦਾ ਸਾਰਿਆਂ ਨੂੰ ਕਿ ਭਾਈ ਇਹ ਤਾਂ ਬੇਈਮਾਨੀਆਂ ਕਰਦਾ ਰਿਹਾ, ਸਾਰੀ ਉਮਰ ਇਹ ਪਖੰਡ ਕਰਦਾ ਰਿਹਾ, ਬੇਈਮਾਨੀਆਂ ਕਰਕੇ ਇਹਨੇ ਪੈਸਾ ਇਕੱਠਾ ਕਰ ਲਿਆ। ਹੁਣ ਥੋੜਾ ਜਿਹਾ ਬੰਦਾ ਧਰਮ ਦਾ ਲੇਬਲ ਲਾ ਦਿੰਦਾ ਆ। ਹੁਣ ਵੇਖੋ ਜਿਹੜਾ ਸ਼ਰਾਬ ਹੈਗੀ ਨਾ, ਸ਼ਰਾਬ ਦੀ ਬੋਤਲ ਉੱਤੇ ਕੋਈ ਅੰਮ੍ਰਿਤ ਲਿਖ ਦੇਵੇ ਤੇ ਗੁਰੂ ਪਿਆਰ ਵਾਲਿਓ ਉਹ ਅੰਮ੍ਰਿਤ ਨਹੀਂ ਬਣ ਜਾਣਾ। ਹੁਣ ਜਿਹੜਾ ਜ਼ਹਿਰ ਆ, ਜ਼ਹਿਰ ਦੀ ਬੋਤਲ ਆ, ਅੰਦਰ ਕੀ ਬੋਤਲ ਦੇ ਵਿੱਚ ਜ਼ਹਿਰ ਆ ਤੇ ਬਾਹਰ ਲਿਖਿਆ ਹੋਇਆ ਅੰਮ੍ਰਿਤ। ਇਹ ਹਾਲਤ ਅੱਜ ਸਾਡੀ ਬਣੀ ਹੋਈ ਆ। ਸਾਡੇ ਜੀਵਨ ਅੰਦਰ ਕੀ ਆ, ਪਖੰਡ, ਵਹਿਮ, ਭਰਮ ਸਭ ਕੁਝ ਹੈ। ਸਾਡਾ ਜੀਵਨ ਔਗਣਾਂ ਨਾਲ ਭਰਿਆ ਹੋਇਆ, ਪਰ ਬਾਹਰ ਲੇਬਲ ਗੁਣਾ ਵਾਲਾ ਲਾਇਆ ਹੋਇਆ, ਬਾਹਰ ਲੇਬਲ ਜਿਹੜਾ ਧਰਮ ਦਾ ਲਾਇਆ ਹੋਇਆ। ਤੇ ਗੁਰੂ ਪਿਆਰ ਵਾਲਿਓ ਲੇਬਲ ਕੇਵਲ ਅੰਮ੍ਰਿਤ ਦਾ ਲਾਉਣ ਦੇ ਨਾਲ ਅੰਦਰ ਜਿਹੜਾ ਜ਼ਹਿਰ ਉਹ ਅੰਮ੍ਰਿਤ ਨਹੀਂ ਬਣਨਾ। ਜਿੰਨਾ ਚਿਰ ਜ਼ਹਿਰ ਨੂੰ ਕੱਢ ਕੇ ਜੀਵਨ 'ਚ ਅੰਮ੍ਰਿਤ ਨਹੀਂ ਪਾਇਆ ਜਾਂਦਾ, ਉਹਨਾਂ ਚਿਰ ਸਾਡਾ ਜੀਵਨ ਅੰਮ੍ਰਿਤਮਈ ਨਹੀਂ ਬਣ ਸਕਦਾ। ਤੇ ਮਾਲਿਕ ਜੀ ਕਹਿੰਦੇ ਨਾਨਕ ਆਖੇ ਰਾਹ ਪੈ ਚੱਲਣਾ। ਮਾਲਿਕ ਜੀ ਕਹਿੰਦੇ ਭਲਿਆ ਤੂੰ ਸਹੀ ਰਾਹ ਉੱਤੇ ਚੱਲ, ਚੰਗੇ ਰਾਹ ਉੱਤੇ ਚੱਲ। ਕਹਿੰਦੇ ਫਿਰ ਮਾਲ ਧਨ ਕਿਤ ਕੋ ਸੰਜਿਆਹੀ। ਕਹਿੰਦੇ ਜਿਹੜਾ ਤੂੰ ਮਾਲ ਧਨ ਬੇਈਮਾਨੀਆਂ ਗਲਤ ਕੰਮ ਕਰਕੇ ਇਕੱਠਾ ਕੀਤਾ ਹੋਇਆ ਨਾ, ਜੋੜਿਆ ਹੋਇਆ ਨਾ, ਕਹਿੰਦੇ ਇਹਦੇ ਨਾਲ ਤੇਰਾ ਪਾਰ ਉਤਾਰਾ ਨਹੀਂ ਹੋਣਾ। ਮਾਲਿਕ ਜੀ ਕਹਿੰਦੇ ਨੇ ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਮਨ ਰੱਤਾ ਮਾਇਆ। ਕਹਿੰਦੇ ਜਿੰਨਾ ਚਿਰ ਤੇਰਾ ਮਨ ਮਾਇਆ ਦੇ ਵਿੱਚ ਭਿੱਜਿਆ ਹੋਇਆ, ਰੱਤਿਆ ਹੋਇਆ ਨਾ, ਇਹ ਆਖਾਂ ਸੁਣਨਾ, ਜਿਹੜਾ ਬਾਣੀ ਪੜ੍ਹਨਾ ਤੇ ਸੁਣਨਾ, ਇਹ ਸਭ ਕਹਿੰਦੇ ਨਾ ਇਹਦੇ ਸਾਰਾ ਜਿਹੜਾ ਅਸਰ ਨਾ ਬੇਅਸਰ ਆ, ਇਹਦਾ ਕੋਈ ਫਾਇਦਾ ਨਹੀਂ ਜੀਵਨ 'ਚ। ਜਿੰਨਾ ਚਿਰ ਸਾਡਾ ਮਨ ਹੀ ਹੋਰ ਵਿਕਾਰਾਂ ਵਿੱਚ ਰਤਿਆ ਹੋਇਆ ਤੇ ਬਾਹਰੀ ਤੌਰ ਤੇ ਅਸੀਂ ਜਿੰਨੇ ਮਰਜ਼ੀ ਬਾਣੀ ਪੜ੍ਹ ਲਈਏ, ਸੁਣ ਲਈਏ, ਉਹਦਾ ਸਾਡੇ ਜੀਵਨ 'ਚ ਅਸਰ ਨਹੀਂ ਹੋ ਸਕਦਾ। ਕਹਿੰਦੇ ਦਿਲ ਕੀ ਖਸਮ ਕੀ ਨਦਰ ਦਿਲੇ ਪਸੰਦੇ, ਜਿੰਨੀ ਕਰ ਏਕ ਧਿਆਇਆ। ਮਾਲਿਕ ਜੀ ਕਹਿੰਦੇ ਜਿਹੜੇ ਖਸਮ ਨੂੰ ਉਹੀ ਚੰਗੇ ਲੱਗਦੇ ਨੇ, ਵਾਹਿਗੁਰੂ ਨੂੰ ਉਹੀ ਚੰਗੇ ਲੱਗਦੇ ਨੇ, ਉਹਦੇ ਦਿਲ ਵਿੱਚ ਉਹੀ ਸੱਚੇ ਮਨੁੱਖ ਨੇ ਜਿਨ੍ਹਾਂ ਨੇ ਉਹਦੇ ਸੱਚੇ ਨਾਮ ਨੂੰ ਧਿਆਇਆ ਆ, ਜਿਨ੍ਹਾਂ ਨੇ ਵਾਕਈ ਸੱਚ ਜੀਵਨ ਵਿੱਚ ਸੱਚ ਲੈ ਕੇ ਆਉਂਦਾ ਆ। ਤੇ ਗੁਰੂ ਪਿਆਰ ਵਾਲਿਓ ਜੀਵਨ ਨੂੰ ਇਸ ਤਰ੍ਹਾਂ ਦਾ ਬਣਾਉਣਾ ਪੈਣਾ, ਪਹਿਲਾਂ ਧਰਤੀ ਨੂੰ ਇਸ ਤਰ੍ਹਾਂ ਤਿਆਰ ਕਰਨਾ ਪੈਣਾ, ਫਿਰ ਅਸੀਂ ਆਸ ਰੱਖ ਸਕਦੇ ਹਾਂ ਕਿ ਭਾਈ ਫੇਰ ਫਸਲ ਪੈਦਾ ਹੋ ਸਕਦੀ ਆ। ਜੀਵਨ ਦੇ ਵਿੱਚ ਆਪਣੇ ਕਰਮਾਂ ਨੂੰ ਧਰਤੀ ਬਣਾਉਣਾ ਪੈਣਾ, ਇਹਦੇ ਵਿੱਚ ਨਾਮ ਦਾ ਬੀਜ, ਚੰਗੇ ਕੰਮਾਂ ਦਾ ਬੀਜ ਪਾਉਣਾ ਪੈਣਾ। ਫਿਰ ਗੁਰੂ ਪਿਆਰ ਵਾਲਿਓ ਜੀਵਨ ਅੰਦਰ ਸੱਚ ਦਾ ਪਾਣੀ ਦੇਣਾ ਪੈਣਾ। ਫਿਰ ਸਾਡਾ ਜੀਵਨ ਜਿਹੜਾ ਇਹ ਮਨੁੱਖਾਂ ਵਾਲਾ ਬਣ ਸਕਦਾ ਆ, ਫਿਰ ਸਾਡਾ ਜੀਵਨ ਜਿਹੜਾ ਉੱਚਾ ਬਣ ਸਕਦਾ। ਫਿਰ ਅਸੀਂ ਜਿਹੜੇ ਨਾ ਆਨੰਦ ਦੀ ਦਾਤ ਪ੍ਰਾਪਤ ਕਰਨ ਦੇ ਹੱਕਦਾਰ ਬਣ ਸਕਦੇ ਹਾਂ, ਉਸ ਤਰ੍ਹਾਂ ਨਹੀਂ ਬਣ ਸਕਦੇ। ਮਾਲਿਕ ਜੀ ਕਹਿੰਦੇ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ,
ਹੁਣ ਕਿਹਨਾਂ ਨੂੰ ਪ੍ਰਾਪਤ ਹੁੰਦਾ ਹੈ, ਸਾਨੂੰ ਇਸ ਗੱਲ ਦੀ ਸਮਝ ਆ ਜਾਣੀ ਚਾਹੀਦੀ। ਮਾਲਕ ਜੀ ਕਹਿੰਦੇ ਪਾਵੇ ਤਾਂ ਸੋ ਜਨ, ਕਹਿੰਦੇ ਉਹੀ ਜਨ ਪ੍ਰਾਪਤ ਕਰਦੇ ਆ ਦੇ ਜਿਸਨੋਂ ਤੂੰ ਦਿਨਾ ਆ, ਹੋਰ ਕਿਆ ਕਰੇ ਵਿਚਾਰਿਆ। ਕਹਿੰਦੇ ਜਿਹੜੇ ਹੋਰ ਆ ਉਹਨਾਂ ਦੀ ਕਹਿੰਦੇ ਮਾਇਆ ਦੇ ਹੜ ਅੱਗੇ ਪੇਸ਼ ਨਹੀਂ ਜਾਂਦੀ, ਉਹ ਮਾਇਆ ਮੋਹ ਦੇ ਵਿੱਚ ਫਸੇ ਰਹਿੰਦੇ ਆ, ਉਹ ਵਿਕਾਰਾਂ ਦੇ ਚਿੱਕੜ ਵਿੱਚ ਫਸੇ ਰਹਿੰਦੇ ਆ, ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ, ਉਹ ਕਦਰ ਹੀ ਨਹੀਂ ਕਰਦੇ। ਕਹਿੰਦੇ ਇੱਕ ਭਰਮ ਭੁੱਲੇ, ਕਹਿੰਦੇ ਇੱਕ ਮਾਇਆ ਦੇ ਭਰਮ ਵਿੱਚ ਭਟਕਦੇ ਹੋਏ ਆ, ਭੁੱਲ ਗਏ, ਜੀਵਨ 'ਚ ਭਰਮ ਭੁਲੇਖੇ ਪੈਦਾ ਹੋ ਗਏ, ਫਿਰ ਦਹਿ ਦਿਸ, ਕਹਿੰਦੇ ਚਾਰੇ ਦਿਸ਼ਾਵਾਂ ਵਿੱਚ ਭਟਕਦੇ ਫਿਰਦੇ ਆ, ਕਿਉਂਕਿ ਜੀਵਨ ਭਰਮ ਵਿੱਚ ਆ, ਜੀਵਨ 'ਚ ਭੁਲੇਖਾ ਆ, ਜੀਵਨ 'ਚ ਅਗਿਆਨਤਾ ਆ। ਮਾਧਵੇ ਕਿਆ ਕਹੀਏ ਭਰਮ ਐਸਾ, ਕਹਿੰਦੇ ਜੀਵਨ ਵਿੱਚ ਭੁਲੇਖਾ ਭਰਮ ਇਹੋ ਜਿਹਾ ਪੈ ਗਿਆ, ਜੈਸਾ ਮਾਨੀਏ ਹੋਏ ਨਾ ਤੈਸਾ। ਕਹਿੰਦੇ ਜਿਹੋ ਜਿਹਾ ਮੈਂ ਮੰਨੀ ਬੈਠਾ ਸੀ, ਕੀ ਮੰਨੀ ਬੈਠਾ ਸੀ ਕਿ ਜਿਹੜਾ ਇਹ ਸੰਸਾਰ ਆ ਇਹ ਰੱਬ ਨਾਲ ਕੋਈ ਵੱਖਰਾ ਹੈ, ਮੇਰਾ ਜੀਵਨ ਜਿਹੜਾ ਕੋਈ ਰੱਬ ਨਾਲ ਵੱਖਰਾ ਹੈ। ਤੇ ਗੁਰੂ ਪਿਆਰ ਵਾਲਿਓ, ਅਸੀਂ ਰੱਬ ਨਾਲ ਵੱਖਰੇ ਉਦੋਂ ਤੱਕ ਮੰਨਦੇ ਜਦੋਂ ਤੱਕ ਸਾਡੇ ਜੀਵਨ ਅੰਦਰ ਮੈਂ ਮੇਰੀ ਆ। ਜਦੋਂ ਅਸੀਂ ਕਹਿੰਦੇ ਭਾਈ ਮੈਂ ਸਭ ਕੁਝ ਆ, ਜਦੋਂ ਅਸੀਂ ਆਪਣੀ ਵੱਖਰੀ ਹਸਤੀ ਬਣਾ ਲੈਂਦੇ ਆ, ਜਦੋਂ ਅਸੀਂ ਆਪਣਾ ਵਜੂਦ ਮਿਟਾ ਲਵਾਂਗੇ ਨਾ, ਫਿਰ ਅਸੀਂ ਉਸ ਰੱਬ ਦਾ ਰੂਪ ਬਣ ਜਾਵਾਂਗੇ। ਮਾਲਕ ਜੀ ਕਹਿੰਦੇ ਨੇ ਇੱਕ ਭਰਮ ਭੁੱਲੇ ਫਿਰ ਹੈ ਦਹਿ ਦਿਸ, ਇੱਕ ਉਹ ਆ ਜਿਹੜੇ ਭਰਮ ਦੇ ਵਿੱਚ ਭੁਲੇਖਿਆਂ ਵਿੱਚ ਭੁੱਲੇ ਹੋਏ ਆ, ਜੀਵਨ ਵਿਕਾਰਾਂ ਵਿੱਚ ਪਿਆ ਹੋਇਆ ਆ, ਚਾਰੇ ਦਿਸ਼ਾਵਾਂ 'ਚ ਭਟਕ ਰਿਹਾ। ਕਹਿੰਦੇ ਇੱਕ ਨਾਮ ਲਾਗ ਸਵਾਰਿਆ, ਕਹਿੰਦੇ ਇੱਕ ਕਈਆਂ ਨੇ ਮਾਲਕ ਦੇ ਨਾਮ ਨਾਲ ਆਪਣੇ ਜੀਵਨ ਨੂੰ ਜੋੜ ਕੇ ਸਵਾਰ ਲਿਆ। ਗੁਰੂ ਪਿਆਰ ਵਾਲਿਓ ਵੇਖੋ, ਮਾਲਕ ਦਾ ਹੁਕਮ ਸਾਰਿਆਂ ਤੇ ਵਰਤ ਰਿਹਾ ਆ, ਜਿਹਨੇ ਉਹਦੇ ਹੁਕਮ ਨੂੰ ਮੰਨ ਲਿਆ ਉਹ ਸਵਾਰ ਲਿਆ ਉਹਨਾਂ ਨੇ ਜੀਵਨ ਨੂੰ, ਜਿਨ੍ਹਾਂ ਨੇ ਨਹੀਂ ਮੰਨਿਆ ਉਹਨਾਂ ਦਾ ਜੀਵਨ ਸਵਾਰਿਆ ਨਹੀਂ ਗਿਆ, ਉਹਨਾਂ ਦਾ ਜੀਵਨ ਚੰਗਾ ਨਹੀਂ ਬਣਿਆ। ਤੇ ਪਾਤਸ਼ਾਹ ਜੀ ਕਹਿੰਦੇ ਨੇ, ਮਾਲਕ ਜੀ ਕਹਿੰਦੇ ਦਾਤੀ ਸਾਹਿਬ ਚੰਦੀ ਸੰਦੀਆਂ ਕਿਆ ਚੱਲੇ ਤਿਸ ਨਾਲ, ਕਹਿੰਦੇ ਇਹ ਦਾਤਾਂ ਜਿਹੜੀਆਂ ਮਾਲਕ ਦੀਆਂ ਨੇ, ਇਹਦੇ ਉੱਤੇ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ। ਇੱਕ ਜਾਗੰਦੇ ਨਾ ਲਹਿਨ, ਇੱਕ ਨਾ ਸੁੱਤਿਆਂ ਦੇ ਉਠਾਲ। ਕਹਿੰਦੇ ਮਾਲਕ ਜੀ ਕਹਿੰਦੇ ਨੇ ਕਈ ਜਿਹੜੇ ਜਾਗਦੇ ਨੇ ਉਹਨਾਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਪਰ ਜਿਹੜੇ ਸੁੱਤੇ ਹੁੰਦੇ ਨੇ ਮਾਲਕ ਉਹਨਾਂ ਨੂੰ ਉਠਾਲ ਕੇ ਦੇ ਦਿੰਦਾ ਆ। ਜਿਨ੍ਹਾਂ ਨੂੰ ਦਾਤਾਂ ਦੇਣੀਆਂ ਮਾਲਕ ਨੇ ਉਹਨਾਂ ਸੁੱਤਿਆਂ ਨੂੰ ਵੀ ਉਠਾਲ ਕੇ ਦੇ ਦਿੰਦਾ। ਹੁਣ ਇੱਥੇ ਜਾਗਦੇ ਕੌਣ ਆ ਤੇ ਸੁੱਤੇ ਕੌਣ ਆ? ਜਾਗਦੇ ਉਹ ਨੇ ਜਿਹੜੇ ਜਾਗਦੇ ਹੋਏ ਵੀ ਜਿਹੜੇ ਹੰਕਾਰ ਵਿੱਚ ਜਾਗਦੇ ਪਏ ਨੇ, ਜਿਹੜੇ ਕਹਿੰਦੇ ਭਾਈ ਮੈਂ ਤਾਂ ਅੰਮ੍ਰਿਤ ਵੇਲੇ ਉੱਠਿਆ ਆ, ਅੰਮ੍ਰਿਤ ਵੇਲੇ ਮੈਂ ਜਾਗਦਾ ਆ, ਪਰ ਜੀਵਨ 'ਚ ਹੰਕਾਰ ਵੀ ਨਾਲ ਲੈ ਕੇ ਘੁੰਮ ਰਿਹਾ ਆ। ਮਾਲਕ ਉਹਨਾਂ ਨੂੰ ਦਾਤਾਂ ਨਹੀਂ ਦਿੰਦਾ ਜਿਹੜੇ ਹੰਕਾਰ ਵੀ ਨਾਲ ਲੈ ਕੇ ਘੁੰਮਦੇ ਨੇ। ਸਮਾਜ ਦੇ ਲੋਕ ਕਹਿੰਦੇ ਇਹ ਭਾਈ ਜਾਗਦੇ ਨੇ, ਸਮਾਜ ਦੀ ਨਿਗਾਹ ਵਿੱਚ ਉਹ ਲੋਕ ਜਾਗਦੇ ਨੇ ਜਿਹੜੇ ਕਹਿੰਦੇ ਅਸੀਂ ਧਰਮ ਦੇ ਕੰਮ ਕਰਦੇ ਆ, ਲੋਕ ਉਹਨਾਂ ਨੂੰ ਕਹਿੰਦੇ ਭਾਈ ਇਹ ਜਾਗਦੇ ਨੇ, ਇਹ ਚੰਗੇ ਕੰਮ ਕਰਦੇ ਨੇ, ਪਰ ਉਹ ਨਾਲ ਹੰਕਾਰ ਚੱਕੀ ਫਿਰਦੇ ਆ। ਤੇ ਗੁਰੂ ਪਿਆਰ ਵਾਲੇ ਜਿਨ੍ਹਾਂ ਨੂੰ ਸਮਾਜ ਦੇ ਲੋਕ ਕਹਿੰਦੇ ਇਹ ਸੁੱਤੇ ਪਏ ਨੇ, ਪਰ ਮਾਲਕ ਦੀ ਨਿਗਾਹ ਵਿੱਚ ਸੁੱਤੇ ਨਹੀਂ, ਉਹ ਜਾਗਦੇ ਆ। ਅਸਲ ਵਿੱਚ ਉਹਨਾਂ ਦਾ ਜੀਵਨ ਹੰਕਾਰ ਤੋਂ ਰਹਿਤ ਆ। ਜਿਨ੍ਹਾਂ ਨੂੰ ਸਮਾਜ ਕਹਿੰਦਾ ਭਾਈ ਇਹ ਤਾਂ ਸੁੱਤੇ ਪਏ ਆ, ਇਹਨਾਂ ਨੂੰ ਕੁਝ ਨਹੀਂ ਪਤਾ, ਪਰ ਅਸਲ ਵਿੱਚ ਉਹਨਾਂ ਦਾ ਜੀਵਨ ਹੰਕਾਰ ਤੋਂ ਰਹਿਤ ਹੁੰਦਾ। ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਸੁੱਤਿਆਂ ਨੂੰ ਜਿਹੜੇ ਹੰਕਾਰ ਤੋਂ ਰਹਿਤ ਨੇ, ਜਿਨ੍ਹਾਂ ਨੂੰ ਸਮਾਜ ਸਮਝਦਾ ਭਾਈ ਸੁੱਤੇ ਪਏ ਆ, ਜਿਹੜੇ ਸੱਚ ਬੋਲਦੇ ਆ, ਜਿਹੜੇ ਚੰਗੇ ਰਾਹ ਉੱਤੇ ਚੱਲਦੇ ਆ, ਜਿਹੜੇ ਹਮੇਸ਼ਾ ਹੀ ਸਹੀ ਦਿਸ਼ਾ ਦਿੰਦੇ ਨੇ, ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ। ਲੋਕ ਕਹਿੰਦੇ ਇਹ ਤਾਂ ਸੁੱਤੇ ਪਏ, ਇਹਨਾਂ ਨੂੰ ਕੁਝ ਨਹੀਂ ਪਤਾ ਹੈਗਾ। ਪਰ ਗੁਰੂ ਪਿਆਰ ਵਾਲੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਆਪਣੇ ਨਾਮ ਦੀ ਦਾਤ ਦਿੰਦਾ ਹੈ ਜਿਹੜੇ ਸਮਾਜ ਦੀ ਨਿਗਾਹ ਵਿੱਚ ਸੁੱਤੇ ਪਏ ਨੇ, ਪਰ ਸਤਿਗੁਰੂ ਦੀ ਨਿਗਾਹ ਵਿੱਚ ਉਹ ਜਾਗਦੇ ਪਏ ਨੇ, ਮਨ ਕਰਕੇ ਸੁਚੇਤ ਨੇ। ਪਾਤਸ਼ਾਹ ਕਹਿੰਦੇ ਨੇ ਗੁਰ ਪ੍ਰਸਾਦੀ, ਕਹਿੰਦੇ ਗੁਰੂ ਦੀ ਕਿਰਪਾ ਨਾਲ ਮਨ ਭਿਆ ਨਿਰਮਲ, ਮਨ ਕਹਿੰਦੇ ਨਿਰਮਲ ਹੋ ਗਿਆ। ਕਿਵੇਂ ਹੋਇਆ? ਜਿੰਨਾ ਭਾਣਾ ਭਾਵੇ, ਕਹਿੰਦੇ ਜਿਨ੍ਹਾਂ ਨੂੰ ਪ੍ਰਭੂ ਦੀ ਰਜ਼ਾ ਚੰਗੀ ਲੱਗਣ ਲੱਗ ਪਈ। ਆ ਜਿਹੜੀ ਵਿਚਾਰ ਸਤਿਗੁਰੂ ਜੀ ਸਾਨੂੰ ਦੇਣਾ ਚਾਹੁੰਦੇ ਨੇ। ਵੇਖੋ ਪਿੱਛੇ ਵਿਚਾਰ ਕੀਤੀ ਹੈ ਕਿ ਸਤਿਗੁਰੂ ਜੀ ਮਾਲਕ ਵਾਹਿਗੁਰੂ ਉਸ ਨੂੰ ਦਾਤ ਦਿੰਦੇ ਆ ਜਿਹਨੂੰ ਉਹ ਭਾਉਂਦਾ ਆ, ਭਾਵ ਜਿਹੜਾ ਉਹਨੂੰ ਚੰਗਾ ਲੱਗਦਾ ਆ। ਹੁਣ ਇੱਥੇ ਇਹੀ ਵਿਚਾਰ ਆ ਗਈ ਗੁਰ ਪ੍ਰਸਾਦੀ ਮਨ ਭਿਆ ਨਿਰਮਲ, ਕਹਿੰਦੇ ਗੁਰੂ ਦੀ ਕਿਰਪਾ ਨਾਲ ਮਨ ਨਿਰਮਲ ਹੋ ਗਿਆ, ਪਵਿੱਤਰ ਹੋ ਗਿਆ। ਜਿੰਨਾ ਭਾਣਾ ਭਾਵੇ, ਹੁਣ ਜਿਨ੍ਹਾਂ ਨੂੰ ਮਾਲਕ ਦਾ ਭਾਣਾ ਚੰਗਾ ਲੱਗਣ ਲੱਗ ਪਿਆ, ਜਿਨ੍ਹਾਂ ਨੂੰ ਮਾਲਕ ਦੀ ਰਜ਼ਾ ਚੰਗੀ ਲੱਗਣ ਲੱਗ ਪਈ,
ਹੁਣ ਮਾਲਕ ਦੀ ਰਜ਼ਾ ਉਹਨੂੰ ਚੰਗੀ ਲੱਗੇਗੀ ਨਾ ਜਿਹੜਾ ਉਹਦੇ ਵਿੱਚ ਜੁੜਿਆ ਹੋਵੇਗਾ। ਉਹਨੂੰ ਮਾਲਕ ਦਾ ਭਾਣਾ ਕਦੇ ਵੀ ਚੰਗਾ ਨਹੀਂ ਲੱਗੇਗਾ ਜਿਹੜਾ ਉਹਦੇ ਨਾਮ ਨਾਲ ਨਹੀਂ ਜੁੜਿਆ ਹੋਇਆ। ਗੁਰੂ ਪਿਆਰ ਵਾਲਿਓ, ਮਾਂ ਬਾਪ ਦਾ ਹੁਕਮ ਉਹਨਾਂ ਨੂੰ ਚੰਗਾ ਲੱਗੇਗਾ, ਉਸ ਬੱਚੇ ਨੂੰ ਜਿਹਦੇ ਮਨ ਵਿੱਚ ਮਾਂ ਬਾਪ ਪ੍ਰਤੀ ਸਤਿਕਾਰ ਆ, ਪਿਆਰ ਆ, ਮੁਹੱਬਤ ਆ, ਉਹ ਆਪਣੇ ਮਾਂ ਬਾਪ ਦੇ ਹੁਕਮ ਨੂੰ ਕਦੇ ਨਹੀਂ ਮੋੜੇਗਾ। ਉਹਨੂੰ ਪਤਾ ਕਿ ਮੇਰੇ ਮਾਂ ਬਾਪ ਆ, ਇਹਨਾਂ ਦੇ ਹੁਕਮ ਵਿੱਚ ਮੇਰਾ ਭਲਾ ਆ, ਇਹਨਾਂ ਦੀ ਝਿੜਕ ਵਿੱਚ ਵੀ ਮੇਰਾ ਭਲਾ ਆ। ਇਸੇ ਤਰ੍ਹਾਂ ਮਾਲਿਕ ਜੀ ਕਹਿੰਦੇ, ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ। ਮਾਲਿਕ ਜੀ ਕਹਿੰਦੇ ਨੇ ਅਸਲ ਵਿੱਚ ਉਸੇ ਪਿਆਰੇ ਨੂੰ, ਉਸੇ ਮਨੁੱਖ ਨੂੰ, ਉਸੇ ਗੁਰਮੁਖ ਪਿਆਰੇ ਨੂੰ ਮਾਲਕ ਆਪਣੇ ਆਨੰਦ ਦੀ ਦਾਤ, ਇਹ ਗੁਣਾ ਦੀ ਦਾਤ ਦਿੰਦਾ ਆ, ਉਹੀ ਪ੍ਰਾਪਤ ਕਰਦਾ ਆ। ਕਹਿੰਦੇ ਜਿਹੜਾ ਰੱਬ ਦਾ ਪਿਆਰਾ ਹੈ, ਜਿਹੜਾ ਮਾਲਕ ਨਾਲ ਜੁੜਿਆ ਹੋਇਆ, ਜਿਹੜਾ ਵਾਹਿਗੁਰੂ ਨਾਲ ਜੁੜਿਆ ਹੋਇਆ ਆ, ਜਿਹੜਾ ਉਹਦੀ ਰਜ਼ਾ ਨੂੰ ਸਮਝਦਾ ਆ। ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਈ। ਜਿਨ੍ਹਾਂ ਨੇ ਉਹਦੇ ਹੁਕਮ ਨੂੰ ਬੁੱਝ ਲਿਆ, ਜਿਨ੍ਹਾਂ ਨੇ ਉਹਨਾਂ ਦੇ ਭਾਣੇ ਵਿੱਚ, ਮਾਲਕ ਦੇ ਭਾਣੇ ਵਿੱਚ ਆਪਣਾ ਜੀਵਨ ਸੋਹਣਾ ਬਣਾ ਲਿਆ। ਤੇ ਗੁਰੂ ਪਿਆਰ ਵਾਲਿਓ, ਜੀਵਨ ਦੇ ਵਿੱਚ ਸਾਨੂੰ ਕੁਝ ਕਰਨਾ ਪੈਣਾ, ਫਿਰ ਮਾਲਕ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰੇਗਾ। ਜਿਵੇਂ ਸੰਸਾਰ ਦੇ ਵਿੱਚ ਕੰਮਕਾਰ ਕਰਦਿਆਂ ਸਾਨੂੰ ਫਿਰ ਕੁਝ ਪ੍ਰਾਪਤ ਹੁੰਦਾ ਹੈ, ਮਿਹਨਤ ਕਰਦਿਆਂ ਫਿਰ ਫਲ ਮਿਲਦਾ ਆ, ਇਸੇ ਤਰ੍ਹਾਂ ਹੀ ਇੱਥੇ ਵੀ ਮਿਹਨਤ ਕਰਨੀ ਪੈਣੀ, ਮਾਲਕ ਦੇ ਨਾਮ ਦੀ ਕਮਾਈ ਜੀਵਨ 'ਚ ਕਰਨੀ ਪੈਣੀ, ਜੀਵਨ 'ਚ ਗੁਣਾਂ ਨੂੰ ਕਮਾਉਣਾ ਪੈਣਾ ਆ, ਹੰਢਾਉਣਾ ਪੈਣਾ ਆ, ਫਿਰ ਸਾਡਾ ਜੀਵਨ ਜਿਹੜਾ ਫਲ ਮਿਲੇਗਾ, ਸਾਡਾ ਜੀਵਨ ਚੰਗਾ ਬਣ ਜਾਵੇਗਾ। ਸੋ ਸਤਿਗੁਰੂ ਜੀ ਕਿਰਪਾ ਰਹਿਮਤ ਕਰਨ, ਸਾਡੇ ਜੀਵਨ 'ਚ ਵੀ ਆਨੰਦ ਖੇੜਾ ਬਣ ਜਾਵੇ। ਵਿਚਾਰਾਂ ਕਰਦਿਆਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।